ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਪ੍ਰਭ ਜੋਤਾ ਬਲਵਾਨ। शोक बिलंद तुरंग को चढ़े प्रीत को ठान। वाहिगुरु जी का खालसा वाहिगुरु जी की फतेह। जुगो जुग अटल शब्द गुरु बाणी के बोहे थ चबर तखत दे मालक। दसां पातशाहियां जी की जोत। साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सतसंगी जनों। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਆਂ ਦੀ ਮੁਬਾਰਕ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰਾਂ ਜੀ ਨੇ रहेले ਦਾ युद्ध ਜਿੱਤਿਆ। ਸਿੱਖਾਂ ਦੇ ਘੋੜੇ ਵੀ ਜ਼ਖਮੀ ਹੋਏ। ਸਤਿਗੁਰਾਂ ਜੀ ਦਾ ਆਪਣਾ ਘੋੜਾ ਵੀ ਸ਼ਹੀਦੀ ਪਾ ਗਿਆ। ਗੁਰੂ ਜੀ ਦਾ ਜ਼ਿਕਰ ਕਰਦੇ ਹਾਂ, ਬੜੀ ਸੇਵਾ ਕੀਤੀ। ਜਿਹੜੇ ਤੁਰਕਾਂ ਦੇ 5 ਜਰਨੈਲ ਸਨ ਉਹ ਦਫਨਾਏ। ਬਾਕੀ ਦੀ ਫੌਜ ਜਲ ਪ੍ਰਵਾਹ ਕਰ ਦਿੱਤੀ। ਆਪਣੇ ਸਿੱਖਾਂ ਨੂੰ ਸਤਿਗੁਰਾਂ ਜੀ ਨੇ ਬਖਸ਼ਿਸ਼ਾਂ ਕੀਤੀਆਂ, ਲੋਕ ਪਰਲੋਕ ਦੇ ਸੁੱਖ ਬਖਸ਼ੇ। ਉੱਧਰ ਜਦੋਂ ਸਿੱਖਾਂ ਨੂੰ ਪਤਾ ਚੱਲਦਾ ਕਿ ਸਤਿਗੁਰਾਂ ਜੀ ਦਾ ਯੁੱਧ ਹੋਇਆ, ਉਹਦੇ 'ਚ ਸਿੱਖ ਵੀ ਸ਼ਹੀਦ ਹੁੰਦੇ, ਘੋੜੇ ਵੀ, ਸ਼ਾਸਤਰਾਂ ਦੀ ਲੋੜ ਵੱਧਦੀ, ਤਾਂ ਉਹਦੇ ਮੁਤਾਬਕ ਸਿੱਖ ਫਿਰ ਰਸਤਾ ਵਸਤਾਂ ਲੈ ਕੇ ਪਹੁੰਚਦੇ ਹੈ। ਉਹਨਾਂ 'ਚ ਇੱਕ ਸਿੱਖ ਹੈ ਭਾਈ ਸੁਭਾਗਾ, ਜਿਹੜਾ 5 ਘੋੜੇ ਲੈ ਕੇ ਸਤਿਗੁਰਾਂ ਜੀ ਦੇ ਕੋਲ ਪਹੁੰਚਿਆ। ਅਰਦਾਸ ਹੋਈ ਹੈ। ਗੁਰੂ ਜੀ ਨੇ ਇੱਕ ਘੋੜਾ ਆਪਣੇ ਕੋਲ ਰੱਖਿਆ, 3 ਵੰਡ ਦਿੱਤੇ ਤੇ ਇੱਕ ਘੋੜਾ ਖੜਿਆ। ਇੱਥੋਂ ਕਥਾ ਦੀ ਰਮਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਪ੍ਰਭ ਜੋਤਾ ਬਲਵਾਨ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਰਾ ਮਹਾਰਾਜ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਾਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਾਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲ ਦਾ ਘਰ ਹਨ। ਸ਼ੋਕ ਬਿਲੰਦ ਤੁਰੰਗ ਕੋ ਚੜੇ ਪ੍ਰੀਤ ਕੋ ਠਾਨ। ਸਤਿਗੁਰੂ ਜੀ ਘੋੜਿਆਂ ਦਾ ਸ਼ੌਕ ਰੱਖਦੇ ਨੇ। ਸ਼ੌਕ ਹੁੰਦਾ ਕਿਸੇ ਚੀਜ਼ ਨੂੰ ਪਿਆਰ ਦੇ ਨਾਲ ਰੱਖਣਾ। ਸਿਆਣਿਆਂ ਨੇ ਕਿਹਾ ਸ਼ੌਕ ਦੀ ਕੀਮਤ ਕੋਈ ਨਹੀਂ ਹੈ। ਗੁਰੂ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋਏ ਹਨ। ਜਿਹੜਾ ਸਭ ਤੋਂ ਤਕੜਾ ਘੋੜਾ ਹੈ। ਚੌਪਈ ਪੰਜ ਪਵੰਗਮ ਲਗੀ ਤਬੀਲੀ। 5 ਘੋੜੇ ਜਿਹੜਾ ਭਾਈ ਸੁਭਾਗਾ ਜੀ ਲੈ ਕੇ ਆਇਆ ਉਹ ਤਬੇਲੇ ਦੇ ਵਿੱਚ ਰੱਖੇ ਹੋਏ ਹਨ। ਸੇਵਕ ਲਾਗੇ ਕਰਨ ਸੋਏਲੀ। ਸੇਵਾਦਾਰ ਨੇ ਉਹ ਸੇਵਾ ਦੇ ਵਿੱਚ ਲੱਗ ਗਏ ਨੇ। ਮਿਸਾਲ 'ਚ ਹੀ ਕਹਿੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਘੋੜਿਆਂ ਦੀ ਸੇਵਾ ਬਾਰੇ, ਕਿਵੇਂ ਉਹਨਾਂ ਦੀ ਸੇਵਾ ਕਰਨੀ, ਲੱਗ ਗਏ ਨੇ ਸੇਵਾ 'ਚ। ਪੁਨ ਸਤਿਗੁਰ ਇੱਕ ਇੱਕ ਫਿਰਵਾਇਓ। ਫੇਰ ਸਤਿਗੁਰਾਂ ਜੀ ਨੇ ਇੱਕ ਘੋੜਾ ਮੰਗਾਉਣਾ ਕੀਤਾ। ਫਾਂਦਨ ਚੰਚਲ ਬੀਗ ਤਵਾਇਓ। ਦੇਖਿਆ ਘੋੜੇ ਨੂੰ ਇਹ ਵੀ ਮਾਨੋ ਤਾਕਤ ਦਾ ਘਰ ਹੀ ਹੈ, ਟਿਕਦਾ ਨਹੀਂ ਹੈ, ਖੁਰ ਥੱਲੇ ਨਹੀਂ ਲਾਉਂਦਾ। ਤਿੰਨ ਪੰਚੋਂ ਮੈਂ ਏਕ ਪਲੇਰੂ। ਇਹਨਾਂ ਪੰਜਾਂ ਦੇ ਵਿੱਚ ਜਿਹੜਾ ਸਭ ਤੋਂ ਭਲਾ ਤਕੜਾ ਸੋਹਣਾ ਹੈ ਘੋੜਾ। ਚੰਚਲ ਬਲ ਮੈਂ ਬੀਗ ਬਡੇਰੂ। ਹੁਣ ਜੇ ਤਾਕਤ ਹੋਊਗੀ ਤਾਂ ਹੀ ਉਹ ਭੱਜੇਗਾ। ਮਾੜਾ ਜਾਨਵਰ ਭੱਜ ਨਹੀਂ ਨਾ ਸਕਦਾ। ਤਾਕਤ ਹੈ, ਭੱਜਦਾ ਵੀ ਉਸੇ ਹਿਸਾਬ ਦੇ ਨਾਲ ਹੈ। ਸ਼੍ਰੀ ਹਰਿ ਗੋਬਿੰਦ ਆਪ ਚਰਨ ਕੋ। ਇਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਅਸਵਾਰੀ ਵਾਸਤੇ ਰਖਵਾਇਓ ਕੈ ਸ਼ੁਸ਼ਟ ਬਰਨ ਕੋ। ਸਤਿਗੁਰੂ ਜੀ ਕਹਿੰਦੇ ਵੀ ਰੰਗ ਇਹਦਾ ਸੋਹਣਾ ਹੈ, ਇਹ ਭਾਈ ਸਾਡੇ ਵਾਸਤੇ ਰੱਖ ਲੋ। ਜ਼ੀਨ ਜਰਾਓ ਜਰੀ ਜਵਾਹਰ। ਜਿਹੜੀਆਂ ਕਾਠੀਆਂ ਨੇ ਬੜੀਆਂ ਮਹਿੰਗੀਆਂ ਸੋਨੇ ਦੀਆਂ, ਹੀਰੇ ਜਵਾਹਰਾਤ ਜੜੇ ਹੋਏ ਨੇ। ਜਬਰ ਜ਼ੇਬ ਜਗਮਗ ਜਿਸ ਜ਼ਾਹਰ। ਤੇ ਜਦੋਂ ਉਹ ਚਮਕਦੇ ਨੇ ਤਾਂ ਉਸ ਤੋਂ ਪਤਾ ਲੱਗਦਾ ਹੈ ਵੀ ਇਹਨਾਂ ਦੀ ਕੀਮਤ ਕੀ ਹੈ। ਸੁੰਦਰ ਕੋਰਦਾਰ ਬਰ ਹੀਰੇ। ਫਿਰ ਹੀਰੇ ਜਿਹੜੇ ਹਨ ਉਹ ਕੋਰਦਾਰ ਬਣਾ ਕੇ ਜੜੇ ਗਏ ਹਨ। ਜੋਗ ਥਾਨ ਕੀ ਜਾਨਤ ਚੀਰੇ। ਜਿੱਥੇ ਸੋਹਣੇ ਲੱਗਦੇ ਹਨ ਉਸੇ ਹਿਸਾਬ ਦੇ ਨਾਲ ਕਾਰੀਗਰਾਂ ਨੇ ਜੜ ਕੇ ਲਾਏ ਨੇ। ਅਪਰ ਅਜਾਇਬ ਜੁਗਤ ਬਨਿਓ ਐ। ਹੋਰ ਵੀ ਬੜੀ ਜੂਤ ਦੇ ਨਾਲ, ਸਿਆਣਪ ਦੇ ਨਾਲ ਕਾਠੀ ਤਿਆਰ ਕੀਤੀ ਗਈ ਹੈ, ਜਿਹੜੀ ਘੋੜੇ ਲਈ ਵੀ ਸੁਖਦਾਈ ਹੋਵੇ ਤੇ ਬੈਠਣ ਵਾਲੇ ਅਸਵਾਰ ਦੇ ਵਾਸਤੇ ਵੀ। ਸੋਵਰਨ ਸ਼ੋਭਤ ਸਵਰਨ ਸਨਿਓ ਐ। ਇਹ ਸੋਨੇ ਦੀ ਕਾਠੀ ਹੈ, ਉਹ ਰੰਗ ਚਮਕ ਮਾਰਦਾ ਹੈ। ਐਸੋ ਤੋ ਰੰਗ ਸੁਗਮ ਨੇ ਆਵੇ। ਤੇ ਇਹੋ ਜਿਹੇ ਘੋੜੇ ਨੇ ਜਿਹੜੇ ਅਸਵਾਰ ਨੂੰ ਸੌਖਾ ਰੱਖਦੇ ਹਨ। ਜੋ ਸਤਿਗੁਰ ਕੀ ਮਨ ਮੈਂ ਭਾਵੇ। ਇਹ ਉਹੀ ਇੱਥੇ ਪਹੁੰਚਦੇ ਨੇ ਜੋ ਸਤਿਗੁਰੂ ਜੀ ਚਾਹੁੰਦੇ ਨੇ। ਐਵੇਂ ਨਹੀਂ ਕੋਈ ਚੀਜ਼ ਉੱਥੇ ਚੱਲੀ ਆਉਂਦੀ। ਗੁਰੂ ਜੀ ਨੂੰ ਜਿਹੜੀ ਚਾਹੀਦੀ ਹੁੰਦੀ ਹੈ ਉਹ ਆਪਣੇ ਆਪ ਹੀ ਉੱਥੇ ਪਹੁੰਚ ਜਾਂਦੀ ਹੈ। ਕਰਿਓ ਹੁਕਮ ਆਨੋ ਕਰ ਤਿਆਰ। ਸਤਿਗੁਰਾਂ ਜੀ ਨੇ ਘੋੜਾ ਪਸੰਦ ਕੀਤਾ
ਤੇ ਫਿਰ ਕਹਿਣ ਲੱਗੇ ਭਾਈ ਨੂੰ ਤਿਆਰ ਕਰਕੇ ਲਿਆਓ। ਦਾਸਨ ਤਤ ਚਿਨ ਮਾਏ ਸ਼ਿੰਗਾਰ ਸੇਵਾਦਾਰ ਨਾਲ ਦੀ ਨਾਲ ਸ਼ਿੰਗਾਰ ਕੇ ਘੋੜੇ ਨੂੰ ਰੇਸ਼ਮ ਡੋਰ ਗਹੀ ਕਰ ਆਨਿਓ ਰੇਸ਼ਮ ਦੀਆਂ ਡੋਰਾਂ ਦੇ ਨਾਲ ਪਕੜਿਆ ਹੋਇਆ ਘੋੜਾ ਲਿਆਂਦਾ। ਧਨ ਭਾਗ ਜੁਤ ਸਭ ਨੇ ਜਾਣਿਓ ਸਾਰਿਆਂ ਨੇ ਕਿਹਾ ਵੀ ਇਹ ਘੋੜੇ ਦੇ ਭਾਗ ਕਿੰਨੇ ਮਹਾਨ ਨੇ, ਜਿਹੜਾ ਸਤਿਗੁਰਾਂ ਜੀ ਦੀ ਸੇਵਾ ਦੇ ਵਿੱਚ ਆਇਆ ਹੈ। ਤਨ ਕੋ ਬਰਨ ਦਿਪਤ ਇਸ ਭਾਂਤੀ ਤੇ ਉਹਦੇ ਸਰੀਰ ਦਾ ਰੰਗ ਇਸ ਤਰੀਕੇ ਦੇ ਨਾਲ ਹੈ, ਮਨੋ ਤਾਪਤਾ ਸੁੰਦਰ ਕਾਂਤੀ ਜਿਵੇਂ ਕਹਿੰਦੇ ਵੀ ਤਪਦਾ ਹੋਇਆ ਸੋਨਾ, ਸ਼ੁੱਧ ਹੋਇਆ ਸੋਨਾ ਹੁੰਦਾ ਹੈ। ਯੁਗਮ ਸ਼੍ਰੋਣ ਲਘੂ ਸੁੰਦਰ ਖਰੇ ਇਹ ਦੋਵੇਂ ਘੋੜੇ ਦੇ ਕੰਨ ਜਿਹੜੇ ਨੇ ਉਹ ਛੋਟੇ ਨੇ ਆਕਾਰ ਦੇ ਵਿੱਚ ਖੜੇ ਹਨ। ਆਯੁਧ ਛਾਤੀ ਲੋਚਨ ਖਰੇ ਤੇ ਸੋਹਣੀਆਂ ਅੱਖਾਂ ਤੇ ਛਾਤੀ ਤਕੜੀ ਘੋੜੇ ਦੀ, ਜਿਹਦੇ ਤੋਂ ਪਤਾ ਚੱਲਦਾ ਵੀ ਇਹਦੇ 'ਚ ਜ਼ੋਰ ਤਾਕਤ ਕਿੰਨਾ ਕੁ ਹੈ। ਅਲਪ ਗਾਮ ਚੀ ਸੁਮ ਵਡੇਰੇ ਸੁਮ ਜਿਹੜੇ ਨੇ ਪੈਰ ਦੇ ਥੱਲੇ ਵਾਲਾ ਹਿੱਸਾ ਵੱਡਾ ਤੇ ਉੱਪਰਲਾ ਹਿੱਸਾ ਜਿਹੜੀ ਗੁੰਮਚੀ ਹੈ ਵਿਚਕਾਰਲੀ ਉਹ ਛੋਟੀ ਹੈ। ਬੰਕੀ ਗਰੀਵ ਚਲੇ ਜਿਸ ਬੇਰੇ ਤੇ ਗਰਦਨ ਜਿਹੜੀ ਬੰਕੀ ਜਵਾਨ ਦੀ ਤਰ੍ਹਾਂ ਹੈ। ਸਿਮਰ ਗੁਰੂ ਸ਼੍ਰੀ ਨਾਨਕ ਆਦ ਜਦੋਂ ਇਹ ਘੋੜਾ ਤਿਆਰ ਹੋ ਕੇ ਆ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਂਦੇ ਨੇ, ਫਿਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਪੰਜ ਗੁਰੂ ਸਾਹਿਬਾਨ ਜੀ ਦਾ ਨਾਮ ਲੈ ਕੇ ਪਹਿਲੇ ਅਰਦਾਸ ਕਰਦੇ ਹਨ। ਚੜੇ ਸ਼ਸਤਰ ਧਾਰੀ ਐਲਾਦ ਫਿਰ ਸਤਿਗੁਰੂ ਜੀ ਆਪ ਘੋੜੇ ਦੇ ਉੱਤੇ ਅਸਵਾਰ ਹੁੰਦੇ ਨੇ। ਅਰਦਾਸ ਜਿਹੜੀ ਹੈ ਉਹ ਸਾਰਿਆਂ ਲਈ ਜ਼ਰੂਰੀ ਹੈ, ਪਰ ਗੁਰੂ ਨੂੰ ਤਾਂ ਕੋਈ ਅਰਦਾਸ ਕਰਨ ਦੀ ਲੋੜ ਨਹੀਂ, ਨਾ ਤਾਂ ਗੁਰੂ ਨੂੰ ਕੋਈ ਚਾਹੀਦਾ, ਨਾ ਗੁਰੂ ਨੂੰ ਕੁਝ ਖਤਰਾ ਹੈ, ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਵੀ ਅਰਦਾਸ ਕਰਨੀ ਹੈ, ਅਰਦਾਸ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 101 ਅਰਦਾਸਾਂ ਦਾ ਜ਼ਿਕਰ ਕੀਤਾ ਹੈ। ਗਿਆਨੀ ਠਾਕਰ ਸਿੰਘ ਜੀ ਨੇ ਉਹਦੀ ਵਿਆਖਿਆ ਵੀ ਕੀਤੀ ਹੈ, ਪਰ ਇਹ ਸਪਸ਼ਟ ਹੈ ਵੀ ਸਾਡਾ ਜ਼ਿੰਦਗੀ ਦਾ ਕੋਈ ਵੀ ਐਸਾ ਕਾਰਜ ਨਹੀਂ ਹੈ ਵੀ ਜਿਹੜਾ ਆਪਾਂ ਬਿਨਾਂ ਅਰਦਾਸ ਤੋਂ ਕਰਨਾ ਹੈ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਇਹ ਨਿੱਕਾ ਜਿਹਾ ਕੰਮ ਹੈ, ਇਹਦੇ ਵਾਸਤੇ ਅਰਦਾਸ ਦੀ ਕਿਹੜੀ ਜ਼ਰੂਰਤ ਹੈ। ਅਰਦਾਸ ਕਰਕੇ ਵੱਡਾ ਕੰਮ ਵੀ ਛੋਟਾ ਬਣ ਜਾਂਦਾ ਹੈ, ਨਾ ਅਰਦਾਸ ਕਰੋ ਤੇ ਫਿਰ ਛੋਟਾ ਜਿਹਾ ਕੰਮ ਵੀ ਬਹੁਤ ਵੱਡਾ ਰੂਪ ਧਾਰ ਕਰ ਲੈਂਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਿੱਕਾ ਜਿਹਾ ਹੀ ਕੰਮ ਬਹੁਤ ਵੱਡਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਵੀ ਕੋਈ ਵੀ ਕੰਮ ਬਿਨਾਂ ਅਰਦਾਸ ਤੋਂ ਭਾਈ ਕਰਨਾ ਨਹੀਂ ਹੈ। ਘਰੋਂ ਬਾਹਰ ਨਿਕਲਣਾ ਤਾਂ ਵੀ ਅਰਦਾਸ ਕਰਕੇ ਨਿਕਲਣਾ, ਕੋਈ ਵੀ ਕੰਮ, ਛਕਣਾ ਪਹਿਨਣਾ, ਬਾਹਰ ਜਾਣਾ, ਕਾਰਜ ਆਰੰਭ ਕਰਨਾ, ਕਿਤੇ ਤੇ ਬੈਠਣਾ ਬਿਨਾਂ ਅਰਦਾਸ ਤੋਂ। ਇੱਕ ਥੋੜੇ ਆਪਾਂ ਵੇਸਲੇ ਆ ਵੀ ਬਾਣੀ ਤਾਂ ਪੜ੍ਹ ਲੈਂਦੇ ਆ, ਅਰਦਾਸ ਵੇਲੇ ਫੇਰ ਉੱਥੇ ਮਾਰ ਖਾ ਜਾਂਦੇ, ਅਰਦਾਸ ਨਹੀਂ ਕਰਦੇ। ਅਨੁਭਵੀ ਪੁਰਸ਼ ਜਿੰਨੇ ਵੀ ਨੇ ਉਹਨਾਂ ਨੇ ਇਸੇ ਗੱਲ ਤੇ ਜ਼ੋਰ ਦਿੱਤਾ, ਉਹ ਕਹਿੰਦੇ ਵੀ ਬੈਠਣ ਤੋਂ ਪਹਿਲਾਂ ਵੀ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਆਪ ਜੀ ਦੀ ਬਾਣੀ ਹੈ, ਇਹ ਆਪ ਜੀ ਦਾ ਸਿਮਰਨ ਹੈ, ਮੈਨੂੰ ਬਲ ਬੁੱਧ ਬਖਸ਼ਿਓ ਵੀ ਮੈਂ ਇਹਨੂੰ ਸਹੀ ਤਰੀਕੇ ਨਾਲ ਕਰ ਸਕਾਂ। ਅਰਦਾਸ ਕਰੋ। ਜਦੋਂ ਕਾਰਜ ਹੋ ਗਿਆ ਫਿਰ ਸ਼ੁਕਰਾਨਾ ਕਰੋ ਕਿ ਮਹਾਰਾਜ ਸਾਨੂੰ ਸੇਵਾ ਬਖਸ਼ ਕੇ ਤੁਸੀਂ ਨਵਾਜਿਆ, ਇਹ ਉਹਦੀ ਕਿਰਪਾ ਹੈ। ਅਰਦਾਸ ਬਹੁਤ ਜ਼ਰੂਰੀ ਹੈ। ਜਿਹੜੇ ਗੁਰੂ ਨੂੰ ਅਰਦਾਸ ਦੀ ਲੋੜ ਨਹੀਂ, ਉਹ ਸਤਿਗੁਰੂ ਜੀ ਵੀ ਅਰਦਾਸ ਕਰਦੇ। ਹੁਣ ਗੁਰੂ ਨੂੰ ਕਿਹੜੇ ਖਤਰਾ ਵੀ ਘੋੜੇ ਤੋਂ ਡਿੱਗ ਜਾਣਾ ਹੈ, ਖਤਰਾ ਤਾਂ ਨਹੀਂ ਗੁਰੂ ਨੂੰ ਕੋਈ,
ਪਰ ਅਰਦਾਸ ਕਰੇ ਤੋਂ ਬਿਨਾਂ ਸਤਿਗੁਰੂ ਜੀ ਘੋੜੇ ਤੇ ਸਵਾਰ ਵੀ ਨਹੀਂ ਹੁੰਦੇ, ਕਿਉਂਕਿ ਜਿਹੜੀ ਚੀਜ਼ ਆਈ ਆ ਉਹ ਗੁਰੂ ਨਾਨਕ ਦੇ ਨਾਮ ਤੇ ਆਈ ਹੈ। ਗੱਦੀ ਗੁਰੂ ਨਾਨਕ ਸਾਹਿਬ ਜੀ ਦੀ ਇਹ, ਤੇ ਉਸ ਗੁਰੂ ਦਾ ਪਹਿਲਾਂ ਸ਼ੁਕਰਾਨਾ। ਪਾਤਸ਼ਾਹ ਤੁਹਾਡੇ ਕਰਕੇ ਸਿੱਖ ਲੈ ਕੇ ਆ ਰਹੇ ਨੇ। ਸੰਗਤ ਗੁਰੂ ਨਾਨਕ ਸਾਹਿਬ ਜੀ ਦੀ ਹੈ। ਧਰਮਸ਼ਾਲਾਵਾਂ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕੀਤੀਆਂ। ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ। ਇਸ ਲਈ ਸੰਗਤ ਜਿਹੜੀ ਹੈ ਨਾ ਉਹ ਗੁਰੂ ਨਾਨਕ ਸਾਹਿਬ ਜੀ ਦੀ ਹੈ। ਫਿਰ ਆਪਣੇ ਆਪ ਹੀ ਵਾਧਾ ਹੁੰਦਾ ਜਾ ਰਿਹਾ, ਪਰ ਬੀਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ। ਇਸ ਕਰਕੇ ਅਰਦਾਸ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ। ਤਾਂ ਘੋੜੇ ਤੇ ਸਵਾਰ ਹੋਣ ਲੱਗਦੇ ਨੇ। ਸੁੰਦਰ ਚਾਲ ਪਾਈ ਕਰ ਫੀਰਾ। ਉਸ ਤੋਂ ਬਾਅਦ ਘੋੜਿਆਂ ਦੀਆਂ ਚਾਲਾਂ ਨੇ। ਗੁਰੂ ਜੀ ਚਾਲ ਚ ਪਾ ਕੇ ਘੋੜੇ ਨੂੰ ਵੇਖਦੇ ਨੇ। ਰੋਕਤ ਚਾਹਤ ਬੀਗ ਬਡੀਰਾ। ਉਸ ਤੋਂ ਬਾਅਦ ਫਿਰ ਘੋੜੇ ਨੂੰ ਰੋਕਣਾ। ਬੋਹਰੋ ਲਾਰਾ ਛੇਰਨ ਕੀਨ। ਉਸ ਤੋਂ ਬਾਅਦ ਫਿਰ ਅਗਲੀ ਚਾਲ ਹੈ, ਲਾਰਾ ਆ ਜਾਂਦੀ ਹੈ। ਕਰਤ ਓਜ ਗੁਰ ਧੀਰਜ ਦੀਨ। ਫਿਰ ਘੋੜਾ ਉੱਥੇ ਆਪਣਾ ਜ਼ੋਰ ਲਾਉਂਦਾ ਹੈ ਤੇ ਸਤਿਗੁਰੂ ਜੀ ਉਹਨੂੰ ਧੀਰਜ ਦਿੰਦੇ ਹਨ। ਛੋਟੀ ਚਾਲ ਉਛਾਲਨ ਕਰੇ। ਉਸ ਤੋਂ ਬਾਅਦ ਛੋਟੀ ਚਾਲ ਤੋਰਿਆ, ਫਿਰ ਛਾਲ ਮਰਾ ਕੇ ਵੇਖਦੇ ਨੇ। ਗਿਨ ਗਿਨ ਚਰਨ ਮਨੋ ਤਰ ਤਰੇ। ਜਦੋਂ ਛੋਟੀ ਚਾਲ ਪਾਇਆ ਤੇ ਮਾਨੋ ਗਿਣ ਗਿਣ ਕੇ ਪੈਰ ਰੱਖਦਾ ਘੋੜਾ ਅੱਗੇ। ਬੌਰ ਤਵਾਈ ਬੀਗ ਕੋ ਹੀਰਾ। ਉਸ ਤੋਂ ਬਾਅਦ ਫਿਰ ਭਜਾ ਕੇ ਵੇਖਿਆ ਘੋੜੇ ਨੂੰ। ਪਾਖਤ ਕਵ ਤੈ ਸੁਜਸ ਬਡੇਰਾ। ਕਵੀ ਜੀ ਜਿਹੜੇ ਜਾਣਕਾਰੀ ਰੱਖਦੇ ਆ ਘੋੜਿਆਂ ਦੀ, ਫਿਰ ਉਹ ਦੱਸਦੇ ਨੇ ਵੀ ਉਹਦਾ ਘੋੜੇ ਦਾ ਜਸ ਕੀ ਹੈ, ਘੋੜੇ ਦੀ ਵਡਿਆਈ ਕੀ ਹੈ, ਘੋੜੇ ਦੇ ਗੁਣ ਕੀ ਹਨ। ਜਨ ਬਾਜੀ ਮੇਲੀ ਵੱਡ ਬਾਜੀ। ਐ ਸਮਝੋ ਵੀ ਜਿਵੇਂ ਬਾਜੀਗਰ ਵੱਡੀ ਬਾਜੀ ਪਾਉਂਦਾ ਹੋਵੇ। ਨਟ ਬਾਜੀ ਜਿਸ ਦੇਖਤ ਲਾਜੀ। ਪਰ ਉਹ ਬਾਜੀਗਰ ਬਾਜੀ ਪਾਉਣ ਵਾਲਾ ਘੋੜੇ ਦੀ ਚਾਲ ਵੇਖ ਕੇ ਸ਼ਰਮਿੰਦਾ ਹੋ ਜਾਂਦੇ ਕਿ ਮੈਂ ਤੇ ਇਨਸਾਨ ਹਾਂ, ਮੈਂ ਤੇ ਬਹੁਤ ਕੁਝ ਸਿੱਖ ਸਕਦਾ, ਕਰ ਸਕਦਾ, ਪਰ ਉਹ ਮੇਰੇ ਕੋਲ ਨਹੀਂ ਹੋਇਆ ਜਿਹੜਾ ਇੱਕ ਜਾਨਵਰ ਕਰ ਰਿਹਾ। ਸ਼ਰਮਿੰਦਾ ਹੁੰਦਾ ਬਾਜੀਗਰ ਘੋੜੇ ਨੂੰ ਵੇਖ ਕੇ। ਪੌਨ ਗੌਨ ਕੋ ਕੀਨ ਪਿਛੇਰੇ। ਫਿਰ ਚੱਲਿਆ ਘੋੜਾ, ਮਾਨੋ ਹਵਾ ਨੂੰ ਪਿੱਛੇ ਛੱਡਦਾ ਜਾਂਦਾ ਹੈ। ਬਪਰੇ ਮ੍ਰਿਗ ਕਹਾਂ ਸਮ ਦੋਰੇ। ਕਹਿੰਦੇ ਵਿਚਾਰੇ ਹਿਰਨ ਕੀ ਨੇ ਵੀ ਇਹਨਾਂ ਘੋੜਿਆਂ ਦੇ ਅੱਗੇ ਲੰਘ ਜਾਣ। ਮਨ ਕੇ ਸਾਥ ਸਖਾਪਨ ਤਾਰੇ। ਮਾਨੋ ਇਹ ਘੋੜਾ ਮਨ ਦੇ ਨਾਲ ਮਿੱਤਰਤਾ ਹੀ ਰੱਖਦਾ ਹੈ, ਮਨ ਦੇ ਅਨੁਸਾਰ ਹੀ ਹੋ ਕੇ ਚੱਲਦਾ ਹੈ। ਜਿਵੇਂ ਮਨ ਦੀ ਸਪੀਡ ਅੱਜ ਤੱਕ ਜਾਣੀ ਨਹੀਂ ਗਈ ਵੀ ਕਿੰਨੀ ਹੈ, ਇੱਕ ਛਿੰਨ ਦੇ ਵਿੱਚ ਕਿੱਥੇ ਚਲੇ ਜਾਂਦੇ। ਮਾਨੋ ਇਹਦਾ ਮਿੱਤਰ ਬਣ ਗਿਆ। ਜਨ ਚਪਲਾ ਕੋ ਚਪਲ ਸਿਖਾਰੇ। ਜਿਹੜੇ ਚਪਲਤਾਈ ਚੰਚਲਤਾਈ ਵਾਲੇ ਨੇ ਉਹਨਾਂ ਨੂੰ ਇਹ ਘੋੜਾ ਸਿਖਾ ਰਿਹਾ ਚੰਚਲਤਾਈ ਕਿਵੇਂ ਦੀ ਹੁੰਦੀ ਹੈ। ਨੈਣ ਨਾਗਰੀ ਤੇ ਹੋਏ ਆਗਰ। ਤੇ ਘੋੜੇ ਦੀਆਂ ਅੱਖਾਂ ਦੀ ਗੱਲ ਕਰਦੇ, ਜਿਵੇਂ ਇਸਤਰੀਆਂ ਦੀ ਸੁੰਦਰਤਾ ਦੇ ਵਿੱਚ ਅੱਖਾਂ ਦਾ ਜ਼ਿਕਰ ਹੁੰਦਾ, ਉਹਨਾਂ ਨੂੰ ਵੀ ਮਾਤ ਪਾਉਂਦਾ। ਕਿਦੋਂ ਜੂਪ ਕੋ ਦਾਵ ਉਜਾਗਰ। ਮਾਨੋ ਕਿਤੇ ਜੂਏ ਦੇ ਵਿੱਚ ਕੋਈ ਸਭ ਕੁਝ ਹਾਰ ਗਿਆ ਹੋਵੇ, ਇਸ ਘੋੜੇ ਦੇ ਅੱਗੇ ਐਸੀ ਸੁੰਦਰਤਾ ਇਸ ਦੀ। ਛਾਤੀ ਛੁਵੇ ਛਾਲ ਪਗ ਦੌਨ। ਜਿਸ ਵਕਤ ਦੌੜਦਾ ਤੇ ਅਗਲੇ ਜਿਹੜੇ ਪੌੜ ਨੇ ਉਹ ਛਾਤੀ ਨੂੰ ਛੂੰਹਦੇ ਹਨ। ਚਿਤ ਲਗ ਪਾਚਲ ਪਾਏ ਸੋ ਔਨ। ਤੇ ਪਿਛਲੇ ਜਿਹੜੇ ਹਨ ਉਹ ਮਾਨੋ ਲੱਗ ਹੀ ਨਹੀਂ ਰਹੇ, ਧਰਤੀ ਨੂੰ ਛੂੰਹਦੇ ਹੀ ਹਨ। ਥਰਕਤ ਮਨੋ ਥਾਰ ਮੈਂ ਮੋਤੀ। ਮਾਨੋ ਕਿਤੇ ਥਾਲ ਦੇ ਵਿੱਚ ਪਾਏ ਹੋਏ ਮੋਤੀ ਥਿਰਕਦੇ ਹੋਣ। ਜਨ ਜਲ ਮਛਲੀ ਇਤੇ ਉਤ ਹੋਤੀ। ਜਾਂ ਕਿਤੇ ਪਾਣੀ ਦੇ ਵਿੱਚ ਮੱਛਲੀ ਹਿੱਲਦੀ ਹੋਵੇ ਇੱਧਰ ਉੱਧਰ। ਸਭ ਬਿਦ ਪਿਕ ਸ਼੍ਰੀ ਹਰਿ ਗੋਬਿੰਦ। ਐਸੀ ਚਾਲ ਹੈ, ਐਸੀ ਦੀ ਅਸਵਾਰੀ ਹੈ ਘੋੜੇ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਸਾਰਾ ਕੁਝ। ਚੜ ਕਰ ਪਏ ਆਨੰਦ ਬਿਲੰਦ। ਸਤਿਗੁਰੂ ਜੀ ਘੋੜੇ ਦੀ ਅਸਵਾਰੀ ਕਰਕੇ
ਖੁਸ਼ ਹੋ ਗਏ ਹਨ। ਕਰ ਪਸੰਦ ਇੱਕ ਰਾਖਿਓ ਆਪ। ਸਤਿਗੁਰੂ ਜੀ ਕਹਿੰਦੇ ਵੀ ਇਹ ਘੋੜਾ ਸਾਨੂੰ ਠੀਕ ਹੈ, ਇਹ ਤੇ ਸਾਡੇ ਲਈ ਰੱਖ ਲਓ ਭਾਈ। ਜੈ ਅਰੂੜ ਪਾਪੀ ਨਰ ਖਾਪ। ਉਹ ਘੋੜਾ ਜਿਹਦੇ ਉੱਤੇ ਅਸਵਾਰ ਹੋ ਕੇ ਸਤਿਗੁਰਾਂ ਜੀ ਨੇ ਪਾਪੀਆਂ ਦਾ ਨਾਸ਼ ਕਰਨਾ ਹੈ। ਅਪਰ ਪਿਖਿਓ ਸੁੰਦਰ ਬਲ ਪੀਨ। ਉਸ ਤੋਂ ਬਾਅਦ ਫਿਰ ਦੂਸਰਾ ਘੋੜਾ ਵੇਖਿਆ। ਉਹਨੂੰ ਸਤਿਗੁਰੂ ਜੀ ਵੇਖਦੇ ਨੇ, ਉਹਦੀ ਜਿਹੜੀ ਕੁਆਲਿਟੀ ਹੈ ਉਹ ਪਰਖਦੇ ਹਨ। ਵਿਧੀ ਚੰਦ ਕੋ ਬਾਜੀ ਦੀਨ। ਉਹ ਘੋੜਾ ਸਤਿਗੁਰਾਂ ਜੀ ਨੇ ਵੇਖਿਆ ਕਿ ਭਾਈ ਵਿਧੀ ਚੰਦ ਦਾ ਘੋੜਾ ਜਿਹੜਾ ਉਹ ਵੀ ਜ਼ਖਮੀ ਹੋ ਗਿਆ ਸੀ। ਸਤਿਗੁਰੂ ਜੀ ਕਹਿੰਦੇ ਵਿਧੀ ਚੰਦ ਤੈਨੂੰ ਵੀ ਭਾਈ ਘੋੜਾ ਚਾਹੀਦਾ ਹੈ, ਆਹ ਘੋੜਾ ਦੂਸਰਾ ਤੂੰ ਰੱਖ ਲੈ। ਓਏ ਅਰੂੜ ਤਿਨ ਫੇਰ ਦਿਖਾਇਓ। ਚੱਲ ਬਈ ਹੁਣ ਇਸ ਘੋੜੇ ਨੂੰ ਤੂੰ ਵੇਖ ਵੀ ਤੈਨੂੰ ਸੂਤ ਬਹਿੰਦਾ ਹੈ, ਕਿਉਂਕਿ ਸਵਾਰ ਨੂੰ ਵੀ ਸਵਾਰੀ ਠੀਕ ਆਉਣੀ ਚਾਹੀਦੀ। ਭਾਈ ਵਿਧੀ ਚੰਦ ਨੇ ਘੋੜੇ ਤੇ ਸਵਾਰ ਹੋਣਾ ਕੀਤਾ, ਵੇਖਿਆ ਫੇਰ ਕੇ ਮਨੋ ਪੋਨ ਕੋ ਪੂਤ ਸੁਹਾਇਓ। ਇਹ ਵੀ ਮਾਨੋ ਹਵਾ ਦਾ ਪੁੱਤਰ ਹੀ ਹੈ। ਲੈ ਕਰ ਪਇਓ ਆਨੰਦਤ ਪਾਈ। ਭਾਈ ਵਿਧੀ ਚੰਦ ਜੀ ਬਹੁਤ ਖੁਸ਼ ਹੋਏ ਸਤਿਗੁਰਾਂ ਜੀ ਦੀ ਬਖਸ਼ਿਸ਼ ਲੈ ਕੇ। ਸ਼੍ਰੀ ਗੁਰ ਪਾਇਨ ਸੀਸ ਝੁਕਾਈ। ਗੁਰੂ ਜੀ ਦਾ ਸ਼ੁਕਰਾਨਾ ਕੀਤਾ, ਚਰਨਾਂ ਤੇ ਮੱਥਾ ਟੇਕਿਆ। ਪੁਨ ਤ੍ਰਿਤੀਆ ਕੋਰਾ ਮੰਗਵਾਏ। ਇਹ ਸਤਿਗੁਰਾਂ ਜੀ ਨੇ ਤੀਸਰਾ ਘੋੜਾ ਮੰਗਵਾਇਆ। ਉੱਪਰ ਸੁੰਦਰ ਜ਼ੀਨ ਸੁਹਾਏ। ਉਹਦੇ ਤੇ ਫਿਰ ਸਤਿਗੁਰਾਂ ਜੀ ਨੇ ਜਿਹੜੀ ਉਹਦੀ ਕਾਠੀ ਹੈ ਉਹ ਪਵਾਉਣਾ ਕੀਤੀ। ਸ਼੍ਰੀ ਗੁਰ ਦਿੱਤੇ ਹੇਤੂ ਪੁਚਾਇਓ। ਉਹ ਘੋੜਾ ਸਤਿਗੁਰਾਂ ਜੀ ਨੇ ਫਿਰ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਖਸ਼ਿਆ। ਲੈ ਕਰ ਸੇਵਕ ਤਤ ਛਿਨ ਆਇਓ। ਸੇਵਾਦਾਰ ਨਾਲ ਦੀ ਨਾਲ ਲੈ ਕੇ ਆ ਜਾਂਦਾ ਹੈ। ਗੋਇੰਦਵਾਲ ਪਹੁੰਚਿਓ ਜਾਏ। ਬਾਬਾ ਜੀ ਉਦੋਂ ਗੋਇੰਦਵਾਲ ਸਾਹਿਬ ਸਨ ਤੇ ਉੱਥੇ ਪਹੁੰਚਾ ਦਿੱਤਾ। ਦੇ ਕਰ ਗੁਰ ਸੁਧ ਸਕਲ ਸੁਨਾਏ। ਤੇ ਨਾਲ ਖਬਰ ਦਿੱਤੀ ਸਤਿਗੁਰਾਂ ਜੀ ਦੀ। ਚੌਥੋ ਤੁਰੰਗ ਹਜ਼ੂਰ ਹਕਾਰਾ। ਚੌਥਾ ਘੋੜਾ ਸਤਿਗੁਰਾਂ ਜੀ ਨੇ ਆਪਣੇ ਕੋਲ ਮੰਗਵਾਇਆ। ਜ਼ੀਨ ਬਿਬੂਖਨ ਜੁਗਤ ਸ਼ਿੰਗਾਰਾ। ਇਹ ਵੀ ਘੋੜਾ ਸ਼ਿੰਗਾਰਿਆ ਹੋਇਆ ਹੈ, ਕਾਠੀ ਪਾਈ ਹੋਈ ਹੈ। ਪੈਂਦੇ ਖਾਨ ਸਮੀਪ ਪਠਾਇਓ। ਗੁਰੂ ਜੀ ਕਹਿੰਦੇ ਵੀ ਇਹ ਪੈਂਦੇ ਖਾਨ ਨੂੰ ਦੇ ਦਿਓ। ਚੌਥਾ ਘੋੜਾ ਪੈਂਦੇ ਖਾਨ ਦੇ ਕੋਲ ਚਲਾ ਗਿਆ। ਸੋ ਲੈ ਕਰ ਉਰ ਮੈਂ ਹਰ ਖਾਇਓ। ਉਹ ਬਹੁਤ ਖੁਸ਼ ਹੋਇਆ ਵੀ ਜਿੱਥੇ ਕਿੱਥੇ ਸਤਿਗੁਰੂ ਜੀ ਮੈਨੂੰ ਯਾਦ ਰੱਖਦੇ ਆ। ਗੁਰੂ ਜੀ ਦੇ ਸਾਹਮਣੇ ਤਿੰਨੇ ਕਾਲ ਨੇ ਤੇ ਹਰ ਇੱਕ ਦਾ ਪਤਾ ਗੁਰੂ ਜੀ ਨੂੰ ਵੀ ਕਿਹਨੇ ਕੀ ਕਰਨਾ ਹੈ। ਪਰ ਪਹਿਲਾਂ ਤਾਂ ਸਤਿਗੁਰੂ ਜੀ ਨੇ ਕੋਈ ਖਿਆਲ ਕਰਦੇ, ਨਿਰਵੈਰ ਨੇ, ਬਾਅਦ 'ਚ ਵੀ ਨਹੀਂ ਕਰਦੇ। ਨਿਰਵੈਰ ਨੇ ਗੁਰੂ ਜੀ ਖਿਆਲ ਰੱਖਦੇ ਵੀ ਉਹਨੂੰ ਵੀ ਘੋੜਾ ਦੇਣਾ ਹੈ। ਇੱਕ ਘੋੜਾ ਪੈਂਦੇ ਖਾਨ ਨੂੰ ਬਖਸ਼ਿਆ, ਖੁਸ਼ ਹੋਇਆ। ਇੱਕ ਤੁਰੰਗ ਸ਼ੇਖ ਰਹਿ ਗਇਓ। ਹੁਣ ਇੱਕ ਘੋੜਾ ਜਿਹੜਾ ਹੈ ਉਹ ਬਚ ਗਿਆ ਪੰਜਾਂ ਚੋਂ। ਖਾਸ ਤਬੇਲੇ ਮੈਂ ਰੱਖ ਲਿਓ। ਉਹ ਹੁਣ ਤਬੇਲੇ ਦੇ ਵਿੱਚ ਖੜਿਆ ਘੋੜਾ ਸੇਵਾ ਦੇ ਲਈ। ਇੱਕ ਦਿਨ ਬੈਠ ਦੀਵਾਨ ਮਜਾਰਾ। ਇੱਕ ਦਿਨ ਸਤਿਗੁਰੂ ਜੀ ਸੁਭਾਏਮਾਨ ਹਨ ਸੰਗਤ ਦੇ ਵਿੱਚ। ਸੁਪੱਟ ਸਿੱਖ ਤੈ ਸ਼ੁਭਤ ਹਜ਼ਾਰਾ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਬਚੇ ਹੋਏ ਨੇ ਸ਼ਹੀਦ ਹੋਣ ਤੋਂ, ਉਹ ਗੁਰੂ ਜੀ ਦੇ ਕੋਲ ਸੁਭਾਏਮਾਨ ਨੇ ਸਿੱਖ ਸੂਰਮੇ। ਸਬਨ ਸੁਨਾਏ ਮੁਕੰਦ ਬਖਾਨੀ। ਤਾਂ ਮੁਕਤੀ ਦੇ ਦਾਤੇ ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ। ਕੋ ਸਿੱਖ ਸ਼ੁੱਧ ਪਠੇ ਗੁਰਬਾਨੀ। ਸਤਿਗੁਰੂ ਜੀ ਕਹਿੰਦੇ ਭਾਈ ਅੱਜ ਸਾਡਾ ਮਨ ਬਾਣੀ ਸੁਣਨ ਦਾ ਹੈ। ਆਪੇ ਗੁਰੂ ਬਾਣੀ ਦੇ ਰਚੇਤਾ ਤੇ ਆਪੇ ਹੀ ਬਾਣੀ ਨੂੰ ਸੁਣਨ ਵਾਲੇ। ਅੱਜ ਮਨ ਹੈ ਭਾਈ ਸਾਡਾ ਬਾਣੀ ਸੁਣਨ ਦਾ। ਹਾਲਾਂਕਿ ਸਤਿਗੁਰੂ ਜੀ ਆਪ ਬਾਣੀ ਪੜ੍ਹਦੇ ਆ। ਸੁਖਮਨੀ ਸਾਹਿਬ ਜੀ ਦਾ ਨਿਤਨੇਮ ਦਾ ਜ਼ਿਕਰ ਹੈ, ਸ਼੍ਰੀ ਹਰਿਮੰਦਰ ਸਾਹਿਬ ਉੱਪਰ ਬੈਠ ਕੇ ਪੜ੍ਹਨ ਦਾ।
ਅੱਜ ਕਹਿੰਦੇ ਭਾਈ ਸੁਣਾਂਗੇ, ਪਰ ਸੁਣਾਉਣ ਵਾਲਾ ਜਿਹੜਾ ਉਹ ਸ਼ੁੱਧ ਪਾਠੀ ਹੋਵੇ। ਅੱਜ ਕੱਲ੍ਹ ਆਪਾਂ ਸ਼ਬਦ ਵਰਤ ਲੈਂਦੇ ਹਾਂ ਟਕਸਾਲੀ। ਟਕਸਾਲ ਦਾ ਭਾਵ ਹੈ ਵੀ ਘੜਿਆ ਹੋਇਆ। ਟਕਸਾਲ ਦੇ ਵਿੱਚ ਸਿੱਕਾ ਜਿਹੜਾ ਘੜਿਆ ਜਾਂਦਾ ਹੈ ਉਹ ਖਰਾ ਸਿੱਕਾ ਹੁੰਦਾ, ਉਹ ਸਾਰੀਆਂ ਥਾਵਾਂ ਤੇ ਚੱਲਦਾ ਹੁੰਦਾ ਹੈ। ਟਕਸਾਲ ਦਾ ਘੜਿਆ ਸਿੱਕਾ, ਮੋਹਰ ਲੱਗੀ ਹੁੰਦੀ ਸਰਕਾਰ ਦੀ ਵੀ ਇਹ ਸਰਕਾਰੀ, ਇਹਦੇ 'ਚ ਕੋਈ ਮਿਲਾਵਟ ਨਹੀਂ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਸੰਪਰਦਾਵਾਂ ਦੇ ਵਿੱਚ ਰਹਿ ਕੇ ਸ਼ੁੱਧ ਬਾਣੀ ਸਿੱਖੀ, ਉਹਨੂੰ ਕਹਿੰਦੇ ਟਕਸਾਲੀ ਪਾਠੀ। ਪਹਿਲੋਂ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਲੈ ਜਾਓ, ਇਹ ਚੱਲੂਗਾ, ਇਹ ਬਾਣੀ ਸ਼ੁੱਧ ਪੜੂਗਾ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਮਰਜ਼ੀ ਲੈ ਦੋ ਦੁਨੀਆ 'ਚ, ਵੀ ਇਹ ਸ਼ੁੱਧ ਅੱਖਰ ਪੜੂਗਾ, ਸ਼ੁੱਧ ਬਾਣੀ ਪੜੂਗਾ। ਇਹ ਘੜਿਆ ਹੋਇਆ ਹੈ, ਇਹਦੀ ਮਿਹਨਤ ਕੀਤੀ ਹੋਈ ਹੈ। ਹੁਣ ਸੰਥਿਆ ਕਿਵੇਂ ਹੁੰਦੀ ਬਾਣੀ ਦੀ? ਅੱਜ ਕੱਲ੍ਹ ਗੇਮ ਬਣੀ ਹੋਈ ਹੈ। ਪਹਿਲੀ ਤਾਂ ਮੈਂ ਸੰਥਿਆ ਕਰਾਉਣ ਵਾਲਿਆਂ ਬਾਰੇ ਦੱਸਦਾ ਵੀ ਸੰਥਿਆ ਕੌਣ ਕਰਾ ਸਕਦਾ ਹੈ। ਕਰਨ ਵਾਲਿਆਂ ਦੀ ਗੱਲ ਬਾਅਦ 'ਚ ਲਵਾਂਗੇ। ਸੰਥਿਆ ਕਰਾਉਣ ਵਾਲੇ ਨੂੰ ਅੱਧੀ ਬਾਣੀ ਕੰਠ ਹੋਣੀ ਚਾਹੀਦੀ ਹੈ। ਅੱਧੀ ਬਾਣੀ ਕੰਠ ਹੋਣੀ ਚਾਹੀਦੀ ਹੈ, ਵੀ ਜੇ ਪਾਠ ਕਰਨ ਵਾਲੇ ਨੇ ਅੱਧੀ ਪੰਕਤੀ ਬੋਲੀ ਤਾਂ ਉਹ ਅੱਧੀ ਅੱਗੋਂ ਬੋਲ ਦੇਵੇ। ਹੁਣ ਪਹਿਲਾਂ ਤਾਂ ਇਹ ਲੱਭੋ ਸੰਥਿਆ ਕਰਾਉਣ ਵਾਲਾ ਵੀ ਜਿਹਨੂੰ ਅੱਧੀ ਬਾਣੀ ਕੰਠ ਹੋਵੇ। ਕੰਠ ਹੋਣੀ ਚਾਹੀਦੀ ਹੈ ਉਹਨੂੰ, ਨਾ ਕਿ ਉਹ ਦੱਸੇ ਜੀ ਮੈਂ ਦੇਖ ਕੇ ਦੱਸਦਾ ਜੀ ਐ ਉਹ ਨਹੀਂ, ਉਹਨੇ ਬੈਠੇ ਨੇ ਦੱਸ ਦੇਣਾ ਬਈ ਅੱਗੇ ਇਹ ਹੈ ਪਿੱਛੇ ਇਹ ਹੈ। ਮੈਂ ਦੇਖਿਆ ਕਈਆਂ ਨੇ 27 ਗ੍ਰੰਥਾਂ ਬਾਰੇ ਕਹਿਤਾ ਜੀ ਅਸੀਂ ਸੰਥਿਆ ਕਰਾ ਦਿੰਦੇ। 27 ਗ੍ਰੰਥ, ਸਾਰੇ ਮੱਤਾਂ ਦੇ ਗ੍ਰੰਥ ਖੇਡ ਬਣਾ ਕੇ ਰੱਖ ਲਿਆ। ਕੋਈ ਮਿਹਨਤ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਗੁਰਮੁਖੋ, ਸਭ ਤੋਂ ਔਖਾ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ। ਫਿਰ ਉਸ ਤੋਂ ਬਾਅਦ ਆ ਜਾਂਦਾ ਸਾਡਾ 10ਵਾਂ ਗ੍ਰੰਥ ਭਾਈ ਗੁਰਦਾਸ ਜੀ ਦੀਆਂ 12। ਬਾਕੀ ਤਾਂ ਗੱਲ ਬਾਅਦ ਦੀ ਹੈ। ਭਾਈ ਨੰਦ ਲਾਲ ਦੀਆਂ ਗਜ਼ਲਾਂ, ਉਹ ਸਾਨੂੰ ਫਾਰਸੀ ਨਹੀਂ ਆਉਂਦੀ, ਅਸੀਂ ਸ਼ੁੱਧ ਕਿਵੇਂ ਬੋਲਾਂਗੇ? ਜਿਹਨੂੰ ਫਾਰਸੀ ਨਹੀਂ ਆਉਂਦੀ ਉਹ ਭਾਈ ਨੰਦ ਲਾਲ ਦੀਆਂ ਗਜ਼ਲਾਂ ਸ਼ੁੱਧ ਬੋਲ ਹੀ ਨਹੀਂ ਸਕਦਾ। ਉਹ ਫਾਰਸੀ 'ਚ ਉਹ ਹੁਣ ਫਾਰਸੀ ਵਾਲਾ ਬੰਦਾ ਉਹ ਸ਼ੁੱਧ ਉਚਾਰਨ ਕਰੂਗਾ, ਬਾਕੀ ਤਾਂ ਅੰਦਾਜ਼ਾ ਹੀ ਹੈ। ਹੁਣ ਸੰਥਿਆ ਕਿਵੇਂ ਹੁੰਦੀ? ਕਹਿੰਦੇ ਭਾਈ ਤੂੰ ਪਹਿਲਾਂ ਪੜ੍ਹ ਕੇ ਆਈ, ਫਿਰ ਉਸਤਾਦ ਜੀ ਕੋਲ ਪੜ੍ਹਨਾ ਸਾਹਮਣੇ ਬੈਠ ਕੇ। ਉਹ ਫਿਰ ਲਗਾ ਮਾਤਰਾ ਸਾਡੀਆਂ ਠੀਕ ਕਰਾਊਗਾ, ਉਚਾਰਨ ਠੀਕ ਕਰਾਊਗਾ। ਉਸ ਤੋਂ ਬਾਅਦ ਫਿਰ 25 ਵਾਰ ਉਹਨੂੰ ਪੜ੍ਹਨਾ ਹੁੰਦਾ। ਜੇ ਇੱਕ ਅੰਗ ਪੜ੍ਹਿਆ ਤਾਂ ਉਹਨੂੰ 25 ਵਾਰ ਪੜ੍ਹਨਾ। 25 ਪਾਠ ਹੋਣਗੇ। ਫਿਰ ਸੁਣਾਉਣਾ ਉਸਤਾਦ ਜੀ ਨੂੰ, ਉਹ ਕਹੂਗਾ ਵੀ ਠੀਕ ਹੈ ਅੱਗੇ ਚੱਲ। 100 ਅੰਗ ਤੱਕ ਸੰਥਿਆ ਹੁੰਦੀ ਹੈ ਇੱਕ ਅੰਗ ਕਰਕੇ। 100 ਤੋਂ ਬਾਅਦ ਫਿਰ 2 ਅੰਗ ਹੋ ਜਾਂਦੇ ਆ, ਤੇ 100 ਅੰਗ ਜਿਹੜੇ ਹੋ ਗਏ ਉਹਦੇ ਫਿਰ 5 ਸਹਿਜ ਪਾਠ ਹੁੰਦੇ ਆ। 5 ਸਹਿਜ ਪਾਠ, ਫਿਰ ਅਗਲੇ 200 ਅੰਗ 200 ਤੱਕ, ਫਿਰ 25 ਵਾਰ, ਫਿਰ 5 ਪਾਠ 200 ਅੰਗ ਦੇ, ਫਿਰ 3 ਤੱਕ, 4 ਤੱਕ, 5 ਤੱਕ, 500 ਤੱਕ 5 ਅੰਗ ਹੋ ਜਾਂਦੇ ਆ। 5 ਅੰਗ ਤੋਂ ਵੱਧ ਸੰਥਿਆ ਨਹੀਂ ਹੁੰਦੀ। ਹੁਣ 5 ਅੰਗ ਤੇ ਉਹਨਾਂ ਨੂੰ 25 ਵਾਰ ਪੜ੍ਹਨਾ ਹੈ, 125 ਅੰਗ ਹੋ ਗਿਆ। ਇਹਨੂੰ ਕਹਿੰਦੇ ਨੇ ਟਕਸਾਲੀ ਪਾਠੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਐ ਤਾਂ ਇੱਕ ਮੈਨੂੰ ਕਹਿੰਦਾ ਜੀ ਸੁਖਮਨੀ ਸਾਹਿਬ ਦੀ ਸੰਥਿਆ ਕਿੰਨੇ ਦੇਰ 'ਚ ਹੋ ਜਾਊਗੀ? ਮੈਂ ਕਿਹਾ ਜੀ ਤੁਹਾਡੇ ਹੱਥ 'ਚ ਹੈ। ਕਹਿੰਦਾ ਮੇਰੇ ਹੱਥ 'ਚ ਕੀ ਹੈ? ਮੈਂ ਕਿਹਾ ਤੂੰ ਮੇਰੇ ਕੋਲ ਬੈਠ ਕੇ ਪੜ੍ਹ ਲਈ, ਟਾਈਮ ਤੇਰਾ ਹੈ, ਜਾ ਕੇ ਕਹਿ ਦੀ ਜੀ ਮੈਂ ਸੰਥਿਆ ਕਰ ਆਇਆ। ਬਾਕੀ ਜੇ ਸੰਥਿਆ ਦੀ ਗੱਲ ਕਰਦਾ, ਮੇਰਾ ਖਿਆਲ ਹੈ ਵੀ ਮਹੀਨਾ ਤਾਂ ਮੂਲ ਮੰਤਰ ਦੇ ਵਿੱਚੋਂ ਨਹੀਂ ਨਿਕਲਣ ਦਿੰਦੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। 1 ਮਹੀਨਾ ਦਾ ਮੂਲ ਮੰਤਰ ਵਿੱਚ ਹੀ ਰੱਖਦੇ ਨੇ ਵੀ ਪਹਿਲਾਂ ਇਹਨੂੰ ਠੀਕ ਕਰ ਤੂੰ। ਜਪਜੀ ਸਾਹਿਬ ਦੀ ਗੱਲ ਬਾਅਦ 'ਚ। ਸੋ ਗੁਰਮੁਖੋ, ਇਹ ਖੇਡ ਨਹੀਂ ਹੈ। ਇਹ ਆਪ ਸੰਥਿਆ ਪੱਕੀ ਨਹੀਂ, ਦੂਸਰਿਆਂ ਨੂੰ ਕਰਾਉਣੀ ਸ਼ੁਰੂ ਕਰਤੀ ਵੀ ਮੈਂ ਸੰਥਿਆ ਕਰਾ ਦੂੰਗਾ। ਕਿਆ ਤੁਹਾਨੂੰ ਅੱਧਾ ਗ੍ਰੰਥ ਯਾਦ ਹੋ ਗਿਆ? ਕੋਈ ਇੱਕ ਪੰਕਤੀ ਉਹਨੇ ਪੜ੍ਹਨੀ, ਭਾਈ ਨੇ ਅੱਗੇ ਦੀ ਤੂੰ ਹੀ ਦੱਸਣੀ। ਉਹ ਉਸਤਾਦ ਹੁੰਦਾ ਜਿਹੜਾ ਹੁਣ ਦੇਖ ਕੇ ਕਰਾਊਗਾ, ਉਹ ਉਸਤਾਦ ਨਹੀਂ ਹੈ, ਉਹ ਤਾਂ ਆਪ ਹੀ ਕੱਚਾ। ਫਿਰ
ਹੁਣ ਲਾ ਲਓ ਹਿਸਾਬ ਵੀ ਕਿੰਨਾ ਸਮਾਂ ਲਓ। ਘੱਟ ਤੋਂ ਘੱਟ 2 ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵਾਸਤੇ ਚਾਹੀਦੇ ਆ। 2 ਸਾਲ ਇੱਥੇ 6 ਮਹੀਨਿਆਂ ਦੇ ਵਿੱਚ ਪਾਠੀ ਬਣਾਈ ਜਾਂਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨੂੰ ਵਿਚਾਰੇ ਨਾ ਫਿਰ ਹੁਕਮਨਾਮਾ ਲੈਣਾ ਆਵੇ, ਨਾ ਅਰਦਾਸ ਕਰਨੀ ਆਵੇ, ਨਾ ਪਾਠ ਸੁਣਾਵੇ। ਉਹ ਆਪ ਹੀ ਡਰੀ ਜਾਂਦਾ ਵੀ ਮੈਂ ਠੀਕ ਪੜ੍ਹਦਾ ਕਿ ਨਹੀਂ ਪੜ੍ਹਦਾ, ਕੌਨਫੀਡੈਂਸ ਹੀ ਨਹੀਂ ਹੈ। ਤੇ ਉਸ ਤੋਂ ਬਾਅਦ ਫਿਰ ਲੜੀਵਾਰ ਪਾਵਨ ਸਰੂਪ ਤੇ ਸੰਥਿਆ ਹੁੰਦੀ ਹੈ। ਅਸਲ ਤਾਂ ਇਹ ਹੈ। ਤੋ ਹੁਣ ਸਤਿਗੁਰੂ ਜੀ ਵੀ ਕਹਿੰਦੇ ਵੀ ਬਾਣੀ ਸੁਣਨੀ ਹੈ, ਪਰ ਸੁਣਾਉਣ ਵਾਲਾ ਪਾਠੀ ਜਿਹੜਾ ਉਹ ਸ਼ੁੱਧ ਹੋਣਾ ਚਾਹੀਦਾ, ਤਾਂ ਹੀ ਰਸ ਆਊਗਾ ਨਾ। ਗੁਰੂ ਪਾਤਸ਼ਾਹ ਜੀ ਨੇ ਇੱਛਾ ਕੀਤੀ ਬਾਣੀ ਸੁਣਨੀ, ਪਰ ਪਾਠੀ ਜਿਹੜਾ ਉਹ ਸ਼ੁੱਧ ਪਾਠ ਕਰਨ ਵਾਲਾ ਹੋਵੇ। ਜਥਾ ਜੋਗ ਮਾਤਰਾ ਅਰ ਵਰਣ, ਪਹਿਲਾਂ ਅੱਖਰਾਂ ਦਾ ਖਿਆਲ ਰੱਖਣਾ। ਉਹ ਸਾਨੂੰ ਕਹੇ ਵੀ ਕੱਕਾ, ਖੱਖਾ, ਗੱਗਾ, ਘੱਗਾ, ਅੰਗਾ ਕਹਿਣਾ ਨਹੀਂ ਆਉਂਦਾ। ਚੱਚਾ, ਛੱਛਾ, ਜੱਜਾ, ਝੱਜਾ, ਅੰਨ੍ਹਾ ਕਹਿਣਾ ਨਹੀਂ ਆਉਂਦਾ। ਨਾਸਕਾ ਸ਼ਬਦ ਨੇ। ਵਰਣ ਅੱਖਰ ਫੇਰ ਮਾਤਰਾ, 12 ਮਾਤਰਾ ਨੇ। ਸਾਰੀਆਂ ਮਾਤਰਾ ਦਾ ਅੱਖਰਾਂ ਦਾ ਖਿਆਲ ਰੱਖਦਾ ਹੋਵੇ। ਪਠੀ ਸੰਭਾਰ ਸੁਨਾਵੀ ਕਰਨ, ਫਿਰ ਉਸ ਤੋਂ ਬਾਅਦ ਗਲਾ ਵੀ ਉਹਦਾ ਠੀਕ ਹੋਵੇ ਭਾਈ। ਜੇ ਹੁਣ ਗਲਾ ਹੀ ਨਹੀਂ ਚੱਲਦਾ ਤੇ ਫਿਰ ਉਹਦਾ ਸ਼ੁੱਧ ਪਾਠ ਵੀ ਕੀ ਕਰੂਗਾ। ਗਲੇ 'ਚ ਵੀ ਮਿਠਾਸ ਹੋਣੀ ਚਾਹੀਦੀ ਹੈ, ਸੁਣਨ ਵਾਲੇ ਨੂੰ ਤਾਂ ਹੀ ਸੋਹਣਾ ਲੱਗੂਗਾ ਨਾ ਜੀ। ਸੋ ਇਸ ਤਰ੍ਹਾਂ ਸਵਾਰ ਕੇ ਪੜ੍ਹੇ ਬਾਣੀ। ਸੁਨ ਗਨ ਸਿੱਖ ਹਾਥ ਕੋ ਜੋਰ, ਜਦੋਂ ਗੁਰੂ ਪਾਤਸ਼ਾਹ ਜੀ ਨੇ ਇੱਛਾ ਪ੍ਰਗਟਾਈ ਵੀ ਅਸੀਂ ਬਾਣੀ ਸੁਣਨੀ ਹੈ, ਪਰ ਇਹ ਸ਼ਰਤ ਹੈ ਵੀ ਇਸ ਤਰ੍ਹਾਂ ਸੁਣਾਉਣੀ ਹੈ। ਸਿੱਖਾਂ ਨੇ ਹੱਥ ਜੋੜ ਦਿੱਤੇ। ਕਹੇ ਗੁਰੂ ਹਮ ਤੁਮਰੇ ਜੋਰ, ਕਹਿੰਦੇ ਮਹਾਰਾਜ ਵੀ ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਦੇ ਨਾਲ ਨਿਤਈ ਪਾਠ ਕਰੇ ਗੁਰਬਾਣੀ, ਗੁਰਬਾਣੀ ਦਾ ਪਾਠ ਅਸੀਂ ਨਿਤ ਹੀ ਕਰਦੇ ਹਾਂ। ਕੰਠ ਹਮਾਰੇ ਅਹੇ ਮਹਾਨੀ, ਤੇ ਮਹਾਰਾਜ ਕਿਰਪਾ ਨਾਲ ਵੀ ਬਾਣੀ ਸਾਨੂੰ ਕੰਠ ਵੀ ਹੋ ਗਈ। ਕਿਉਂਕਿ ਜਦੋਂ ਪੜਾਂਗੇ ਤਾਂ ਕੰਠ ਹੋ ਜਾਏਗਾ। ਬਾਣੀ ਪੜ੍ਹਨੀ ਹੈ, ਬਾਣੀ ਨੂੰ ਗਾਉਣਾ ਹੈ। ਇਹ ਜਿਹੜਾ ਜਾਪ ਹੈ ਉਹਦੇ ਨਾਲ ਬਾਣੀ ਕੰਠ ਨਹੀਂ ਹੁੰਦੀ। ਜਦੋਂ ਬਾਣੀ ਬੋਲ ਕੇ ਪੜਾਂਗੇ ਬਾਣੀ ਆਪੇ ਕੰਠ ਹੋ ਜਾਏਗੀ। ਪਰ ਜਦੋਂ ਬਾਣੀ ਨੂੰ ਬੋਲ ਕੇ ਨਹੀਂ ਪੜ੍ਹਨਾ ਫਿਰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਵੀ ਕੀ ਪੜ੍ਹ ਗਏ ਭਾਈ, ਜ਼ੁਬਾਨ ਤੇ ਨਹੀਂ ਆਉਂਦੀ। ਇਹ ਜਿਹੜੀ 48 ਘੰਟੇ ਦੀ ਮਰਿਆਦਾ ਬਣਾਈ ਹੈ ਨਾ ਸ੍ਰੀ ਅਖੰਡ ਪਾਠ ਸਾਹਿਬ ਦੀ, ਇਹ ਬੋਲ ਕੇ ਬਾਣੀ ਪੜ੍ਹਨ ਦੀ ਮਰਿਆਦਾ ਹੈ। ਬੋਲ ਕੇ 48 ਘੰਟੇ ਦੇ ਵਿੱਚ ਅਖੰਡ ਪਾਠ ਹੋ ਜਾਂਦਾ ਹੈ। ਬੋਲਣ ਵਾਲਾ ਪਾਠੀ 58 ਪਾਠ ਕਰੇਗਾ, ਕੋਈ 62 ਕਰ ਗਿਆ, 58 ਤੇ 62, ਜ਼ਿਆਦਾ ਨਹੀਂ, ਜ਼ਿਆਦਾ ਨਹੀਂ ਤੂੰ ਕਰ ਸਕਦਾ। ਇਹ ਖੇਡ ਨਹੀਂ ਹੈ ਵੀ ਮਰਜ਼ੀ ਨਾਲ ਕਰੀ ਜਾਵੇ ਪਾਠ, ਨਾ, ਮਰਿਆਦਾ ਹੈ ਵੀ 2 ਘੰਟੇ ਦੇ ਵਿੱਚ 58 ਤੋਂ 62 ਅੰਗ ਪਾਠ ਕਰਨਾ ਹੈ, ਬੋਲ ਕੇ ਹੋਊਗਾ। ਇਹ ਨਹੀਂ ਵੀ ਨਹੀਂ ਹੁੰਦਾ, ਐਵੇਂ ਥੋੜ੍ਹੀ 48 ਘੰਟੇ ਬੰਦੇ ਹੋ ਜਾਂਦਾ ਇਹਦੇ ਵਿੱਚ ਪਾਠ, ਤਾਂ ਹੀ ਉਹਨਾਂ ਨੇ ਮਰਿਆਦਾ ਬਣਾਈ। ਬੋਲ ਕੇ ਪਾਠ ਕਰੋ 60 62 ਅੰਗ, 60 ਹੋ ਜਾਂਦੇ ਨੇ। ਚਲੋ ਕੋਈ 2 ਘੱਟ ਕਰ ਗਿਆ, ਇੱਕ ਨੇ 2 ਜ਼ਿਆਦਾ ਕਰਤੇ, ਹੋ ਜਾਂਦੇ ਨੇ। ਪਾਠੀ ਪਾਠ ਕਰ ਲੇਗਾ ਜਿਹਦੀ ਸੰਥਿਆ ਹੋਈ ਵੀ ਹੈ, ਲੜੀਵਾਰ ਸਰੂਪ ਤੋਂ ਕਰ ਲੂਗਾ। ਆਪ ਜੀ ਦੀ ਕਿਰਪਾ ਨਾਲ ਕੰਠ ਵੀ ਹੋਈ ਹੈ ਬਾਣੀ ਸਾਨੂੰ। ਛੀ ਮਹੀਤ ਹਮ ਨੇਮ ਸਮੇਤਾ, ਤੇ ਆਪਣੇ ਭਲੇ ਦੇ ਵਾਸਤੇ ਅਸੀਂ ਨੇਮ ਦੇ ਨਾਲ ਬਾਣੀ ਪੜ੍ਹਦੇ ਆ। ਰਟੇ ਪ੍ਰੇਮ ਤੇ ਕਟੇ ਕੋਹਿਤਾ, ਤੇ ਮਹਾਰਾਜ ਫਿਰ ਰਟਾ ਹੁੰਦਾ ਬਾਰ-ਬਾਰ ਬਾਣੀ ਨੂੰ ਪੜ੍ਹਨਾ। ਕੋਈ ਵੀ ਬਾਣੀ ਹੈ ਜਿਹੜੀ ਆਪਾਂ ਨੂੰ ਕੰਠ ਹੈ ਨਾ, ਉਹਨੂੰ ਬਾਰ-ਬਾਰ ਰਟੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਜਿਹੜਾ ਸ਼ਬਦ ਯਾਦ ਹੈ ਉਹਨੂੰ ਪੜ੍ਹੀ ਜਾਓ, ਜਿਹੜਾ ਕੰਠ ਹੈ ਨਾ ਉਹਨੂੰ ਬਾਰ-ਬਾਰ ਪੜ੍ਹੀ ਜਾਓ। ਹੁਣ ਸਾਡੇ ਕੋਲ ਬਹਾਨਾ ਹੁੰਦਾ ਕਿ ਜੀ ਮੇਰੇ ਕੰਠ ਨਹੀਂ ਹੈ, ਫਿਰ ਮੇਰੇ ਕੋਲ ਟਾਈਮ ਨਹੀਂ ਹੈ। ਜਿਹੜੀ ਕੰਠ ਉਹਨੂੰ ਪੜ੍ਹੀ ਜਾਓ।
ਜਿਹੜਾ ਵੀ ਸ਼ਬਦ ਜਿਹੜੀ ਬਾਣੀ ਕੰਠ ਹੈ ਉਹਨੂੰ ਬਾਰ-ਬਾਰ ਰਟੀ ਜਾਓ, ਪੜ੍ਹੀ ਜਾਓ। ਸਿੱਖ ਕਹਿੰਦੇ ਮਹਾਰਾਜ ਅਸੀਂ ਬਾਰ-ਬਾਰ ਰਟਦੇ ਆਂ, ਪੜ੍ਹੀ ਜਾਂਦੇ ਆਂ। ਸੁਨ ਪੁਨ ਗੁਰ ਪਨਿਓ ਹੈ ਨੀਕੀ। ਸਤਿਗੁਰੂ ਜੀ ਕਹਿੰਦੇ ਵੀ ਇਹ ਬਹੁਤ ਵਧੀਆ ਗੱਲ ਹੈ ਭਾਈ, ਸਿੱਖ ਨੂੰ ਐਸਾ ਹੀ ਹੋਣਾ ਕਰਨਾ ਚਾਹੀਦਾ ਹੈ। ਗੁਰਬਾਣੀ ਸੰਗ ਪ੍ਰੀਤੀ ਹੀ ਕੀ। ਕਿਉਂਕਿ ਇਸ ਤਰ੍ਹਾਂ ਫਿਰ ਸਾਡਾ ਪ੍ਰੇਮ ਵਧੇਗਾ ਬਾਣੀ ਦੇ ਨਾਲ। ਇੱਕ ਦੁਨਿਆਵੀ ਅਸੀਂ ਉਦਾਹਰਣ ਦਿੰਦੇ ਵੀ ਜਿਹਦੇ ਕੋਲ ਰੋਜ਼ ਜਾਈਏ ਨਾ ਪਿਆਰ ਘਟਦਾ। ਇਹ ਦੁਨਿਆਵੀ ਨੁਕਤਾ ਹੈ ਇਹ, ਕਿ ਬੰਦਾ ਸਾਨੂੰ ਰੋਜ਼ ਚੰਗਾ ਨਹੀਂ ਸਮਝਦਾ ਵੀ ਕਾਹਦੇ ਵਾਸਤੇ ਆਉਂਦਾ ਰੋਜ਼ ਇਹ। ਪਰ ਇਹ ਨੁਕਤਾ ਗੁਰੂ ਤੇ ਲਾਗੂ ਨਹੀਂ ਹੁੰਦਾ ਇਹ, ਬਈ ਗੁਰੂ ਕੋਲ ਆਈਏ ਪਿਆਰ ਘਟਦਾ। ਸਤਿਗੁਰਾਂ ਜੀ ਦੇ ਕੋਲ ਆ ਕੇ ਪਿਆਰ ਵੱਧਦਾ। ਇਹ ਇੱਥੇ ਸੱਚੀ ਪ੍ਰੀਤ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਆਵਰ ਸਭ ਤੁਮ ਸਿਓ ਜੋਰ ਤੋ ਆਪ ਤੁਮ ਸਿਓ ਜੋਰੀ ਆਵਰ ਸੰਗ ਜੋਰੀ ਤੁਮ ਸਿਓ ਤੋਰੀ। ਹੋਰਾਂ ਦੇ ਨਾਲ ਤੋੜ ਕੇ ਤੁਹਾਡੇ ਨਾਲ ਬਣਾਈ। ਇਹ ਵੱਧਦੀ ਹੈ ਇਹ ਦੁਨਿਆਵੀ ਨੁਕਤਾ ਨਹੀਂ ਹੈ ਇੱਥੇ ਵੀ ਗੁਰੂ ਕੋਲ ਆ ਕੇ ਪ੍ਰੇਮ ਘਟਦਾ ਰੋਜ਼। ਨਹੀਂ, ਪ੍ਰੇਮ ਵੱਧਦਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਪ੍ਰੇਮ ਵੱਧਦਾ ਭਾਈ। ਬਾਣੀ ਜਿਉਂ-ਜਿਉਂ ਪੜ੍ਹੋਗੇ ਬਾਣੀ ਨਾਲ ਪ੍ਰੇਮ ਵਧੇਗਾ। ਤਉ ਸਿੱਖ ਜੋ ਹੋਏ ਬੁੱਧੀਵੰਤਾ। ਪਰ ਫੇਰ ਵੀ ਜਿਹੜਾ ਸਿੱਖ ਹੈ ਨਾ ਉਹ ਸਿਆਣਾ ਹੋਵੇ। ਕਰਤ ਪ੍ਰੇਮ ਲਖ ਸ਼ੁੱਧ ਪਠੰਤਾ। ਪ੍ਰੇਮ ਦੇ ਨਾਲ ਸ਼ੁੱਧ ਬਾਣੀ ਪੜਨ ਵਾਲਾ ਹੋਵੇ। ਸੋ ਅਬ ਸਨਮੁਖ ਥਿਰੇ ਹਮਾਰੇ। ਉਹ ਭਾਈ ਸਾਡੇ ਸਾਹਮਣੇ ਆ ਜਾਵੇ। ਜਪਜੀ ਪਾਠ ਕਰੇ ਨਿਰਤਾਰੇ। ਅਸੀਂ ਜਪਜੀ ਸਾਹਿਬ ਜੀ ਦਾ ਪਾਠ ਸੁਣਨਾ ਤੇ ਉਹ ਧਿਆਨ ਦੇ ਨਾਲ ਸੁਣਾਵੇ। ਸ਼ੁੱਧ ਸੁਨਾਏ ਰਿਝਾਵੇ ਮੋਈ। ਤੇ ਜੇ ਭਾਈ ਉਹ ਸ਼ੁੱਧ ਬਾਣੀ ਸੁਣਾ ਕੇ ਸਾਨੂੰ ਖੁਸ਼ ਕਰ ਲੈਂਦਾ, ਮਨ ਬਾਂਛਿਤ ਫਲ ਪ੍ਰਾਪਤ ਹੋਈ। ਉਹ ਜੋ ਵੀ ਚਾਹੂਗਾ ਉਹਨੂੰ ਅਸੀਂ ਦਵਾਂਗੇ। ਨੈ ਅਦੇ ਵਸਤੂ ਪੁਨ ਕੌਣ। ਐਸੀ ਕੋਈ ਵਸਤੂ ਨਹੀਂ ਜਿਹੜੀ ਨਾ ਦੇ ਸਕੀਏ। ਜਿਮ ਜਾਚੇ ਹਮ ਦੇਹੇ ਤੌਣ। ਉਹੀ ਦੇ ਦਾਂਗੇ ਜੋ ਚਾਹੇਗਾ ਮੰਗੇਗਾ। ਇਸ ਬਿਦ ਪੁਨ ਜਬ ਸਤਿਗੁਰ ਕਹਿਓ। ਗੁਰੂ ਜੀ ਨੇ ਜਦੋਂ ਇਹ ਬਚਨ ਕਹੇ ਸਭਨ ਵਿਚਾਰ ਗੁਰੂ ਰੁਖ ਲਿਓ। ਸਾਰਿਆਂ ਨੇ ਵਿਚਾਰ ਕੇ ਗੁਰੂ ਦਾ ਰੁਖ ਦੇਖਿਆ। ਇੱਕ ਸਿੱਖ ਗੁਰਮੁਖ ਨਾਮ ਗੋਪਾਲਾ। ਤੇ ਸਾਰਿਆਂ ਨੇ ਕਿਹਾ ਮਹਾਰਾਜ ਵੀ ਤੁਹਾਨੂੰ ਸੁਣਾਉਣ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੈ, ਕਿਉਂਕਿ ਉਹਦੇ ਵਾਸਤੇ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਏ। ਵਿਚਾਰਨ ਵਾਲਾ ਤਾਂ ਫਿਰ ਕੋਈ ਵੇਲਾ ਹੀ ਹੁੰਦਾ ਹੈ। ਉਹ ਸਿੱਖ ਹੈ ਭਾਈ ਗੋਪਾਲਾ। ਹੱਥ ਜੋੜ ਕੇ ਸੁਨੋ ਕਿਰਪਾਲਾ। ਮਹਾਰਾਜ ਇਹਦੇ ਕੋਲੋਂ ਸੁਣੋ ਫਿਰ ਤੁਸੀਂ। ਜੋ ਸੇਵਕ ਪ੍ਰਤ ਆਇਸ ਕਰੀਏ। ਜੋ ਆਪ ਜੀ ਦਾ ਹੁਕਮ ਹੋਵੇ ਸੇਵਕ ਦੇ ਲਈ। ਆਪਨ ਕਿਰਪਾ ਬਲ ਮੋ ਪਰ ਧਰੀਏ। ਭਾਈ ਗੋਪਾਲੇ ਨੂੰ ਅੱਗੇ ਕਰਤਾ। ਹਾਂ ਵੀ ਗੋਪਾਲਿਆ ਸੁਣਾਏਗਾ। ਕਹਿੰਦਾ ਮਹਾਰਾਜ ਜੇ ਤੁਸੀਂ ਕਿਰਪਾ ਕਰੋ, ਮੇਰੇ ਵਿੱਚ ਤਾਂ ਨਹੀਂ ਸਮਰੱਥਾ ਵੀ ਮੈਂ ਸੁਣਾ ਸਕਾਂ ਤੁਹਾਨੂੰ। ਜੇ ਤੁਸੀਂ ਕਿਰਪਾ ਕਰਦੇ ਹੋ ਕਰੋ ਸੁਨਾਵਨ ਮੈਂ ਥਿਰ ਹੋਏ। ਤਾਂ ਫਿਰ ਮੈਂ ਸੁਣਾਵਾਂ ਆਪ ਜੀ ਨੂੰ। ਸ਼ੁੱਧ ਪਾਠ ਜਿਮ ਜਪ ਕੋ ਜੋਏ। ਜਿਵੇਂ ਬਾਣੀ ਦਾ ਸ਼ੁੱਧ ਪਾਠ ਹੈ। ਸੁਨਤ ਗਰੀਬ ਨਿਵਾਜ ਬਖਾਨਾ। ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ ਆਛੀ ਬਾਤ ਥਿਰੋ ਇਸ ਥਾਨਾ। ਚੰਗੀ ਗੱਲ ਹੈ ਭਾਈ, ਆ ਜਾ ਇੱਧਰ ਬੈਠ ਜਾ। ਨਿਜ ਸਨਮੁਖ ਆਸਨ ਡਸਵਾਵਾ। ਆਪਣੇ ਸਾਹਮਣੇ ਸਤਿਗੁਰਾਂ ਜੀ ਨੇ ਆਸਣ ਬਣਵਾਇਆ ਉੱਚਾ ਆਪਣੇ ਆਪ ਤੋਂ ਬਾਣੀ ਪੜਨ ਵਾਲੇ ਦਾ। ਆ ਸਪੀਕਰ ਜੇ ਲਾਈ ਫਿਰਦੇ ਨੇ ਗੱਡੀਆਂ ਦੇ ਵਿੱਚ ਥੱਲੇ, ਆਪ ਉੱਪਰ ਬੈਠੇ ਨਾ। ਜਿਹੜੇ ਸਪੀਕਰ ਰਾਹੀਂ ਆਵਾਜ਼ ਆਉਣੀ ਹੈ ਗੁਰਬਾਣੀ ਦੀ ਉਹ ਸਾਥੋਂ ਉੱਚਾ ਹੋਣਾ ਚਾਹੀਦਾ। ਇਹ ਬਾਣੀ ਦਾ ਅਦਬ ਹੈ। ਇਹ ਬੇਅਦਬੀ ਹੈ ਬਾਣੀ ਦੀ। ਸਪੀਕਰ ਥੱਲੇ ਪਏ ਹੁੰਦੇ, ਕਈ ਜੁੱਤੀਆਂ 'ਚ ਰੱਖ ਦਿੰਦੇ, ਉੱਥੇ ਲੋਕ ਜੁੱਤੀ ਕੱਢੀ ਜਾਂਦੇ ਘਰਾਂ 'ਚ। ਇਹ ਬਾਣੀ ਦਾ ਖਿਆਲ ਰੱਖੋ। ਸਪੀਕਰ ਰੱਖਿਆ ਉੱਚੀ ਥਾਂ ਤੇ ਹੋਣਾ ਚਾਹੀਦਾ। ਉੱਚੀ ਥਾਂ ਤੇ ਸਤਿਗੁਰਾਂ ਜੀ ਨੇ ਬਾਣੀ ਪੜਨ ਵਾਲੇ ਨੂੰ ਬਿਠਾਇਆ। ਕਰ ਆਇਸ ਤਿਸ ਪਰ ਬੈਠਾਵਾ। ਉੱਚੀ ਥਾਂ ਤੇ ਸਿੱਖ ਬਹਿੰਦਾ ਨਹੀਂ। ਗੁਰੂ ਜੀ ਕਹਿੰਦੇ ਇਹ ਵੀ ਹੁਕਮ ਹੈ ਭਾਈ, ਬਹਿ ਜਾ, ਹੁਕਮ ਮੰਨ ਲੈ। ਕਰੋ ਸੁਨਾਵਨ ਸ਼ੁੱਧ ਜਪ ਮੋਈ। ਸੁਣਾਓ ਭਾਈ ਜਪਜੀ ਸਾਹਿਬ ਦਾ ਪਾਠ ਸ਼ੁੱਧ ਸਾਨੂੰ। ਜਾਚੇ ਕਹੇ ਜੋ ਦੇਵੇਂ ਤੋਈ। ਜੋ ਕਹੇਗਾ ਉਹ ਤੁਹਾਨੂੰ ਦਵਾਂਗੇ ਅਸੀਂ। ਬੈਠਿਓ ਸਨਮੁਖ ਲਗਿਓ ਉਚਾਰਨ। ਬਹਿ ਗਿਆ ਭਾਈ ਗੋਪਾਲਾ,
ਲੱਗਿਆ ਬਾਣੀ ਸੁਣਾਉਣ। ਸਿਮਰਿਓ ਸ਼੍ਰੀ ਨਾਨਕ ਸੁਖ ਕਾਰਨ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਪਾਤਸ਼ਾਹ ਤੁਹਾਡੀ ਬਾਣੀ ਹੁਣ 6ਵੇਂ ਰੂਪ ਦੇ ਵਿੱਚ ਤੁਸੀਂ ਸੁਣਨ ਵਾਲੇ ਹੋ। ਹੁਣ ਮੇਰੀ ਤਾਂ ਨਹੀਂ ਸਮਰੱਥਾ ਹੈ ਕਿ ਮੈਂ ਸ਼ੁੱਧ ਪੜ੍ਹ ਸਕਾਂ, ਤੁਸੀਂ ਆਪ ਹੀ ਕਿਰਪਾ ਕਰਨੀ। ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ। ਪੂਰਬ ਕੈ ਇੱਕ ਓੰਕਾਰਾ। ਸਭ ਤੋਂ ਪਹਿਲਾਂ ਕਿਹਾ ਇੱਕ ਓੰਕਾਰ। ਸਤਿਨਾਮ ਕੋ ਬਹੁਰੇ ਉਚਾਰਾ। ਫਿਰ ਕਿਹਾ ਸਤਨਾਮ। ਸ਼੍ਰੀ ਹਰਿ ਗੋਬਿੰਦ ਸੁਨ ਕਰ ਜੋਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੱਥ ਜੋੜ ਲਏ ਬਾਣੀ ਸੁਣਨ ਵੇਲੇ। ਨਮਸਕਾਰ ਕੀਨੀ ਸਿੱਖ ਔਰ। ਤੇ ਉਹ ਸਿੱਖ ਨੂੰ ਮੱਥਾ ਟੇਕਿਆ ਗੁਰੂ ਜੀ ਨੇ, ਜਿਹੜਾ ਬਾਣੀ ਗੁਰੂ ਨਾਨਕ ਦੀ ਸੁਣਾਉਣ ਲੱਗਿਆ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹ ਭਾਂਡੇ ਦਾ ਵੀ ਧੰਨਵਾਦ ਹੈ ਜਿਹਦੇ ਚੋਂ ਆਪਾਂ ਪਾਣੀ ਪੀਂਦੇ ਆ। ਸਿੱਖ ਦਾ ਸਤਿਕਾਰ ਬਾਣੀ ਪੜਨ ਕਰਕੇ ਹੀ ਹੈ। ਪਠਿਓ ਮੰਗਲਾ ਚਰਨ ਬਹੋਰੀ। ਫਿਰ ਮੰਗਲਾ ਚਰਨ ਕੀਤਾ। ਵਰਨਨ ਕੀਨਸ ਜੋ ਖਟ ਪੋਰੀ। ਫਿਰ ਸਤਿਗੁਰਾਂ ਜੀ ਨੇ ਜਿਹੜੀਆਂ 6 ਪੌੜੀਆਂ ਉਚਾਰਨ ਕੀਤੀਆਂ ਪਹਿਲੀਆਂ। ਜੇ ਜੁਗ ਚਾਰੇ ਜੁਤੇ ਅਨੁਰਾਗ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਬੜੇ ਪਿਆਰ ਦੇ ਨਾਲ। ਪਠੀ ਕਯੋ ਜਿਸ ਮੈਂ ਬੈਰਾਗ। ਇਹਦੇ ਵਿੱਚ ਬੈਰਾਗ ਦੀ ਗੱਲ ਸਤਿਗੁਰੂ ਜੀ ਕਰਦੇ। ਬੌਰ ਚਤੁਰ ਪਟ ਸ਼੍ਰਵਣ ਮਹਾਤਮ। ਫਿਰ ਅਗਲੀਆਂ 4 ਪੌੜੀਆਂ ਸੁਣਿਆਂ ਦੀਆਂ ਹਨ। ਕਰਬੇ ਸ਼੍ਰਵਣ ਬ੍ਰਹਮ ਆਨੰਦਤ। ਜਿਹਦੇ ਵਿੱਚ ਸੁਣਦਿਆਂ ਜੀਵ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਬੌਰ ਮਨਨ ਕੀ ਪਵਰੀ ਚਾਰ। ਫਿਰ ਜੋ ਸੁਣਿਆ ਉਸ ਨੂੰ ਮੰਨਣਾ 4 ਪੌੜੀਆਂ ਚ ਮਹਾਤਮ। ਕਰੀ ਸੁਨਾਵਨ ਸ਼ੁੱਧੇ ਉਚਾਰ। ਸ਼ੁੱਧ ਉਚਾਰਨ ਕਰਕੇ ਸੁਣਾਇਆ। ਪੁਨੇ ਪਠਤ ਪਾ ਪੰਚ ਪਰਵਾਨ। ਫਿਰ 5 ਪਰਵਾਨ ਦੀ ਪੌੜੀ ਆਈ। ਨਿਧ ਆਸਨ ਜੈ ਕੀਨ ਬਖਾਨ। ਜਿਹਦੇ ਵਿੱਚ ਨਿਧ ਆਸਣ ਹੈ। ਸਾਰਾ ਅਭਿਆਸ ਬਾਰ-ਬਾਰ ਕਰਨਾ, ਪੜਨ ਦਾ ਵੀ, ਸੁਣਨ ਦਾ ਵੀ, ਮੰਨਣ ਦਾ ਵੀ ਅਭਿਆਸ ਕਰਨਾ। ਤੁਰੀ ਜਾਵਾਂਗੇ, ਨਹੀਂ ਪਹੁੰਚਾਂਗੇ ਮੰਜ਼ਿਲ ਦੇ ਨੇੜੇ ਜ਼ਰੂਰ ਚਲੇ ਜਾਵਾਂਗੇ। ਮੰਜ਼ਿਲ ਦੇ ਨੇੜੇ ਪਹੁੰਚਾਂਗੇ। ਕਰਕੇ ਜਿੰਨਾ ਹੁੰਦਾ ਕਰੋ। ਨਿਧਿਆਸਣ ਬਾਰ-ਬਾਰ ਕਰਨਾ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਆਪ ਜੀ ਸਦਾ ਹੀ ਸਲਾਮਤ ਹੋ ਨਿਰਆਕਾਰੋਂ। ਸਾਖਿਆਤਕਾਰ ਪਰ ਤੁਕ ਏ ਚਾਰ। ਇਹ ਸਾਖਿਆਕਾਰ ਤੇ ਨੇ, ਜਿਹੜਾ ਦਿਸਦਾ ਹੋਇਆ ਸੰਸਾਰ ਹੈ, ਇਹਦੀ ਸਥਿਤੀ ਗੁਰੂ ਜੀ ਨੇ ਦੱਸੀ ਹੈ। ਪਠੀ ਅਸੰਖਨ ਪਵਰੀ ਫੋਰ। ਇਹਦੀ ਗਿਣਤੀ ਅਸੰਖਾਂ ਦੇ ਵਿੱਚ ਅਣਗਿਣਤ ਹੈ। ਸ਼ਕਤ ਸ਼ਾਂਤ ਕੀ ਪ੍ਰਥਮ ਸੋਹੀਰ। ਫਿਰ ਸ਼ਾਂਤ ਕੀਆਂ ਦੇ ਬਾਰੇ ਦੱਸੇ, ਜਿਹੜੇ ਸ਼ਾਂਤ ਕੀ ਸੁਭਾਅ ਦੇ ਹਨ। ਬੌਰ ਤਾਮਸੀ ਸ਼ਕਤ ਬਖਾਨੀ। ਫਿਰ ਮੂਰਖ ਦੱਸੇ ਨੇ ਤਾਮਸੀ। ਜਿਨ ਕੋ ਅੰਤ ਨ ਕਿਨਹੂ ਜਾਨੀ। ਉਹਨਾਂ ਦਾ ਵੀ ਅੰਤ ਕਿਸੇ ਨੇ ਨਹੀਂ ਜਾਣਿਆ। 4 ਪ੍ਰਕਾਰਨ ਬ੍ਰਹਮ ਜੁਗਿਆਨ। ਫਿਰ ਬ੍ਰਹਮ ਗਿਆਨ ਦੀਆਂ 4 ਅਵਸਥਾ ਜੋ ਨੇ। ਸਕਲ ਸੁਨਾਵਨ ਕੀਨ ਬਖਾਨ। ਉਹ ਵੀ ਪੜ੍ਹ ਕੇ ਸੁਣਾਈਆਂ ਭਾਵਨਾ ਨਾਲ ਸ਼ੁੱਧ। ਪੁਨ ਬੇਅੰਤਤਾ ਕਹੀ ਬ੍ਰਹਮ ਕੀ। ਫਿਰ ਪ੍ਰਮਾਤਮਾ ਦੀ ਬੇਅੰਤਤਾ ਦੱਸਦੇ ਹਨ। ਜੀਵ ਈਸ਼ ਇਕਤਾ ਕਰ ਸਮ ਕੀ। ਜੀਵ ਅਤੇ ਈਸ਼ ਦੀ ਬਰਾਬਰੀ ਕਰਨੀ, ਮਿਲਾਉਣਾ ਆਪਸ ਦੇ ਵਿੱਚ। ਸਨੇ ਸਨੇ ਸਭ ਕੀਨ ਸੰਭਾਰ। ਬੜੇ ਤਰੀਕੇ ਦੇ ਨਾਲ, ਧਿਆਨ ਦੇ ਨਾਲ। ਮਾਤਰਾ ਵਰਣ ਭਲੇ ਨਿਰਤਾਰ। ਅੱਖਰਾਂ ਦਾ, ਮਾਤਰਾ ਦਾ ਪੂਰਾ ਖਿਆਲ ਰੱਖ ਕੇ। ਸੁਨ ਸਤਿਗੁਰ ਤਬ ਹਿਰਦੇ ਵਿਚਾਰੀ। ਸੁਣ ਕੇ ਸਤਿਗੁਰਾਂ ਜੀ ਨੇ ਵਿਚਾਰਿਆ। ਜਪ ਕੇ ਸਮ ਕਿਆ ਵਸਤੇ ਉਦਾਰੀ। ਕਹਿੰਦੀ ਵੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ, ਇਹਦੇ ਬਰਾਬਰ ਕੀ ਹੋ ਸਕਦਾ ਹੈ? ਕੁਝ ਵੀ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸ਼ਿਰੋਮਣੀ ਰਚਨਾ
ਜਪਜੀ ਸਾਹਿਬ ਇਹਦੇ ਬਰਾਬਰ ਕੀ ਹੋ ਸਕਦਾ ਹੈ? ਜੋ ਇਸ ਕੋ ਅਬ ਦੈਬੋਂ ਕਿ ਕਰੇ ਅਸੀਂ ਇਹਦੇ ਬਦਲੇ ਚ ਇਹਨੂੰ ਕੁਝ ਦਈਏ, ਕੋਈ ਨ ਸਮਤਾ ਕਿਉਂ ਤਰੇ। ਪਰ ਹੈ ਹੀ ਨਹੀਂ ਕੁਝ ਦੇਣ ਵਾਲੀ ਚੀਜ਼ ਜਿਹੜੀ ਜਪਜੀ ਸਾਹਿਬ ਦੇ ਬਦਲੇ ਸਿੱਖ ਨੂੰ ਦੇ ਦਈਏ। ਜੋ ਸਗਰੇ ਜਗ ਕੀ ਗੁਰਿਆਈ ਜਿਹੜੀ ਸੰਸਾਰ ਦੀ ਗੁਰਿਆਈ ਹੈ, ਦੋਵੇਂ ਲੋਕਾਂ ਦੀ ਮਾਲਕੀ ਹੈ, ਇਹ ਦਹਿ ਨਿਸ਼ਚੇ ਠਹਿਰਾਈ। ਸਤਿਗੁਰਾਂ ਜੀ ਨੇ ਮਨ ਬਣਾ ਲਿਆ ਵੀ ਗੁਰਿਆਈ ਉਹ ਦੇ ਦਿੰਦੇ ਆ ਭਾਈ ਗੋਪਾਲੇ ਨੂੰ। ਇੰਨਾ ਸ਼ੁੱਧ ਪਾਠ ਇਹਨੇ ਪ੍ਰੇਮ ਨਾਲ ਸੁਣਾਇਆ ਕਿ ਇਹਨੂੰ ਗੁਰਿਆਈ ਦੇ ਦਿੱਤੀ ਹੈ, ਸਤਵਾਂ ਗੁਰੂ ਬਣਾ ਦਈਏ। ਨਾਨਕ ਨਦਰੀ ਨਦਰ ਨਿਹਾਲ ਉਧਰੋਂ ਸਿੱਖ ਕਹਿ ਰਿਹਾ ਹੈ, ਨਾਨਕ ਨਦਰੀ ਨਦਰ ਨਿਹਾਲ। ਇਹ ਤੁਕ ਪਠੀ ਪ੍ਰੀਤ ਕੇ ਨਾਲ। ਜਦੋਂ ਭਾਵਨਾ ਦੇ ਨਾਲ ਭਾਈ ਗੋਪਾਲੇ ਨੇ ਪਾਠ ਪੜਿਆ ਇਹ, ਤਬ ਸਤਿਗੁਰ ਮਨ ਮੋਦੇ ਉਪਾਇਓ। ਗੁਰੂ ਜੀ ਬਹੁਤ ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਜਾਨੂ ਉਠ ਬੇਹੇ ਤੇ ਉਠਾਇਓ। ਤੇ ਗੁਰੂ ਪਾਤਸ਼ਾਹ ਜੀ ਉੱਠਣ ਲੱਗੇ, ਆਪਣਾ ਗੋਡਾ ਚੁੱਕਦੇ ਨੇ। ਤਿਲਕ ਦੇਨ ਕੋ ਚਾਇਓ ਰਿਦੇ। ਮਨ ਚ ਵਿਚਾਰਿਆ ਵੀ ਸਤਵੇਂ ਗੁਰੂ ਦੀ ਗੁਰਿਆਈ ਦੇ ਦਈਏ, ਤਿਲਕ ਦੇਤੀ ਇਹਨੂੰ ਗੁਰਤਾ ਦਾ। ਸਿੱਖ ਨੇ ਕਰਿਓ ਮਨੋਰਥ ਤਬੇ। ਉਧਰ ਸਿੱਖ ਦਾ ਧਿਆਨ ਗੁਰੂ ਜੀ ਵੱਲ ਚਲਾ ਗਿਆ। ਜਦੋਂ ਗੁਰੂ ਜੀ ਉੱਠਣ ਲੱਗੇ, ਰਿਓ ਪੰਚ ਮੋਹਿਆ ਵੱਡ ਮੋਲ। ਕਹਿੰਦੇ ਵੀ ਪੰਜਵਾਂ ਘੋੜਾ ਖੜਿਆ ਰਹਿ ਗਿਆ ਤਵੇਲੇ 'ਚ। ਸੋ ਮੈਂ ਲਿਓ ਗੁਰ ਤੇ ਬੋਲ। ਮੈਂ ਤੇ ਉਹ ਘੋੜਾ ਲੈਣਾ ਗੁਰੂ ਨੂੰ ਕਹਿ ਕੇ। ਜ਼ੀਨ ਸਮੇਤ ਪਾਏ ਕਰ ਸੋ। ਜਿਵੇਂ ਗੁਰੂ ਜੀ ਨੇ ਬਾਕੀ ਸਿੱਖਾਂ ਨੂੰ ਦਿੱਤੇ, ਮੈਨੂੰ ਵੀ ਦੇ ਦੇਣ ਜੀਨ ਕਾਠੀ ਪਾ ਕੇ। ਚੜੋ ਤਿਸੀ ਪਰ ਮਨ ਮੁਦ ਹੋ। ਬੜੀ ਖੁਸ਼ੀ ਹੋਊਗੀ ਉਸ ਘੋੜੇ ਤੇ ਅਸਵਾਰ ਹੋ ਕੇ। ਅਸ ਅਸਵ ਪਰ ਹੋਵਨ ਅਸਵਾਰ। ਇਹੋ ਜਿਹੇ ਘੋੜੇ ਉੱਤੇ ਅਸਵਾਰ ਹੋਣਾ। ਪਾਏ ਪ੍ਰਿਥੀ ਪਰ ਸੁਰਗ ਬਹਾਰ। ਪਤਾ ਨਹੀਂ ਉਹ ਸਵਰਗ ਕਿੱਥੇ ਹੈ, ਪਰ ਇਸ ਧਰਤੀ ਦਾ ਸਵਰਗ ਤਾਂ ਇੱਥੇ ਬਣ ਜਾਣਾ ਹੈ। ਜਿਸ ਕੋ ਦੇਖ ਸਿਹਾਵਤ ਨੈਣ। ਜਿਹਨੂੰ ਵੇਖ ਕੇ ਅੱਖਾਂ ਨਹੀਂ ਰੱਜਦੀਆਂ। ਸੋ ਮੋ ਕੋ ਗੁਰ ਕਰ ਹੈ ਦੇਨ। ਗੁਰੂ ਜੀ ਉਹ ਘੋੜਾ ਮੈਨੂੰ ਬਖਸ਼ ਦੇਣ ਇੱਕ। ਮੁਖ ਮੰਗਿਓ ਦਹਿ ਕੈ ਲੀਨ। ਗੁਰੂ ਜੀ ਨੇ ਆਪੇ ਕਿਹਾ ਸੀ ਵੀ ਜੋ ਮੰਗੇਗਾ ਦੇ ਦਾਂਗੇ ਤੈਨੂੰ। ਏਵ ਮਨੋਰਥ ਕੋ ਮਨ ਕੀਨ। ਇੱਧਰ ਧਿਆਨ ਚਲਾ ਗਿਆ ਭਾਈ ਗੋਪਾਲੇ ਦਾ। ਜਬੇ ਪਿਖਿਓ ਗੁਰ ਚਰਨੇ ਉਠਾਇਓ। ਦੇਖਿਆ ਵੀ ਗੁਰੂ ਜੀ ਤਾਂ ਉੱਠਣ ਲੱਗੇ ਹਨ। ਪ੍ਰਭ ਮਾਇਆ ਨੇ ਤਬ ਵਿੱਚ ਲਾਇਓ। ਬਸ ਫਿਰ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ ਮਨ ਤੇ। ਸਮਝਿਓ ਹਿਰਦੇ ਗੁਰੂ ਅਬ ਚਲੇ। ਸਮਝਿਆ ਸਤਿਗੁਰੂ ਜੀ ਤਾਂ ਚੱਲ ਪਏ ਨੇ। ਸੁਨੇ ਸ਼ਲੋਕ ਨ ਸਭ ਫਲ ਫਲੇ। ਕਿ ਜਿਹੜੇ ਸ਼ਲੋਕ ਦੇ ਨਾਲ ਬਾਣੀ ਦਾ ਫਲ ਪ੍ਰਾਪਤ ਹੁੰਦਾ ਤਾਂ ਸੁਣਨ ਨਹੀਂ ਲੱਗੇ ਸਤਿਗੁਰੂ ਜੀ। ਬੇਫਲ ਮਨੋਰਥ ਹੋਵਤ ਦੀਖਾ। ਤੇ ਜੀ ਦਾ ਜਿਹੜਾ ਮਨੋਰਥ ਹੈ ਉਹ ਬੇਫਲ ਚਲਿਆ ਜਾਂਦਾ, ਪੂਰਾ ਨਹੀਂ ਹੁੰਦਾ। ਰਿਓ ਚੂਚ ਮੈਂ ਪ੍ਰਥਮ ਸਰੀਖਾ। ਤੇ ਮੈਂ ਤਾਂ ਪਹਿਲਾਂ ਦੀ ਤਰ੍ਹਾਂ ਫੇਰ ਖਾਲੀ ਰਹਿ ਗਿਆ। ਲਖ ਉਰ ਕੀ ਗੁਰੇ ਅੰਤਰ ਜਾਮੀ। ਅੰਤਰਜਾਮੀ ਸਤਿਗੁਰਾਂ ਜੀ ਨੇ ਜਾਣਿਆ। ਬੋਲੇ ਕਹਾਂ ਕੀਨ ਤੈ ਕਾਮੀ। ਗੁਰੂ ਜੀ ਕਹਿੰਦੇ ਭਾਈ ਕਿੱਥੇ ਚਲਾ ਗਿਆ, ਕਿੱਧਰ ਚਲਾ ਗਿਆ, ਜ਼ਰਾ ਧਿਆਨ। ਕਿੱਥੇ ਨਿਰੰਕਾਰ ਦੇ ਨਾਲੋਂ ਫਿਰ ਸੰਸਾਰ ਵਿੱਚ ਆ ਗਿਆ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉੜਦੀ ਉੜਦੀ ਦਹਿ ਦਿਸਾ ਜਲ ਪਰਬਤ ਬਨਰਾਏ। ਜਿੱਥੈ ਦੇਖੈ ਮਿਰਤ ਕੋ ਇੱਲ ਬੈਠੀ ਆਏ। ਸੁਰਤ ਸਾਡੀ ਬਹੁਤ ਉੱਚੀ ਉੱਡਦੀ ਹੈ ਇੱਲ ਦੀ ਤਰ੍ਹਾਂ। ਪਰ ਬਾਬਾ ਜੀ ਕਹਿੰਦੇ ਇਹ ਵੀ ਪਤਾ ਨਹੀਂ ਵੀ ਮਿਰਤਕ ਤੇ ਮਿੱਟੀ ਤੇ ਕਦੋਂ ਡਿੱਗ ਜਾਵੇ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚੜਨ ਨੂੰ ਟਾਈਮ ਲੱਗਦਾ, ਉਤਰਨ ਨੂੰ ਦੇਰ ਨਹੀਂ ਲੱਗਦਾ। ਕੋਈ ਵੀ ਚੀਜ਼ ਹੈ। ਪਾਤਸ਼ਾਹ ਕਹਿੰਦੇ ਉਹ ਭਾਈ ਕਿਹੜਾ ਖਿਆਲ ਕਰ ਲਿਆ ਤੂੰ। ਬਿਨਾ ਮਨੋਰਥ ਜਪਜੀ ਸਾਰੋ। ਸਾਰਾ ਪਾਠ ਤੂੰ ਕੀਤਾ, ਉਹਦੇ 'ਚ ਤੂੰ ਕੋਈ ਮਨੋਰਥ ਨਹੀਂ ਰੱਖਿਆ। ਪੂਰਬ ਸਮਝੇ ਸਕਲੇ ਉਚਾਰੋ। ਪਹਿਲਾਂ ਦੀ ਤਰ੍ਹਾਂ ਕਰਦਾ ਰਹਿੰਦਾ ਇਹ ਵੀ। ਸ਼੍ਰੀ ਨਾਨਕ ਗਾਦੀ ਵਡਿਆਈ। ਭਾਈ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਹੈ। ਸਗਰੇ ਜਗ ਕੀ ਬਰ ਗੁਰਿਆਈ। ਸਾਰੇ ਗੁਰੂ ਦੀ ਸਾਰੇ ਸੰਸਾਰ
ਸੰਸਾਰ ਦੀ ਵਡਿਆਈ ਉੱਤਮ ਸ੍ਰੇਸ਼ਟ। ਸੋ ਹਮ ਦੈਨ ਉਠਤ ਇਸ ਸਮੇਂ ਆਈ ਤਾਂ ਭਾਈ ਤਾਂ ਉੱਠੇ ਸਾਂ ਵੀ ਤੈਨੂੰ ਗੁਰਿਆਈ ਦਾ ਤਿਲਕ ਦੇ ਦਈਏ। ਜਿਸ ਕੇ ਅਗਰ ਤ੍ਰਿਲੋਕੀ ਨਵੇਂ ਇਹਦੇ ਅੱਗੇ ਤਿੰਨੇ ਲੋਕ ਨਿਵਦੇ ਹਨ। ਕਹਾਂ ਕਰੇ ਬਸ ਤੋਏ ਨ ਕੋਈ। ਪਰ ਕੀ ਕਰੀਏ, ਬਸ ਤੇਰੇ ਵੀ ਨਹੀਂ ਹੈ। ਕਰਨ ਕਰਾਵਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ। ਪਾਤਸ਼ਾਹ ਕਹਿੰਦੇ ਲਾਚਾਰੀ ਹੈ ਜੀਵ ਦੀ, ਮਾਲਕ ਬੇਅੰਤ ਹੈ। ਸੋ ਭਾਈ ਤੇਰੇ ਵੀ ਬਾਤ ਦੀ ਗੱਲ ਨਹੀਂ ਹੈ। ਜਹਾਂ ਉਚਿਤ ਹੋਏ ਪਹੁੰਚੈ ਸੋਈ। ਜਿੱਥੇ ਕੋਈ ਜੋਗ ਹੁੰਦਾ ਹੈ ਨਾ ਉੱਥੇ ਹੀ ਪਹੁੰਚਣਾ ਹੁੰਦਾ ਹੈ। ਅਬ ਪੀ ਤਨ ਜਨਮ ਤੁਵ ਭਇਓ। ਪਰ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਪਰ ਜੇ ਕਰਨ ਨਾਲ ਇਹ ਥੋੜੀ ਆ ਵੀ ਜਿਹੜੀ ਤੂੰ ਬਾਣੀ ਪੜ੍ਹੀ ਹੈ ਵੀ ਉਹਦਾ ਤੈਨੂੰ ਫਲ ਨਹੀਂ ਮਿਲਣਾ। ਜਿੰਨੀ ਪੜ੍ਹੀ ਹੈ ਮਨ ਲਾ ਕੇ ਉਹਦਾ ਫਲ ਤਾਂ ਤੈਨੂੰ ਹੈ ਹੀ ਹੈ ਨਾ, ਉਹ ਨਹੀਂ ਕਿਤੇ ਜਾਂਦਾ ਰਹੂਗਾ। ਇਹ ਵੀ ਮਿਲ ਜੂਗਾ ਪਰ ਉਹ ਵੀ ਨਾਲ ਹੀ ਰਹੂਗਾ। ਸਾਹਿਬ ਜੀ ਕਹਿੰਦੇ ਫੇਰ ਵੀ ਤੇਰਾ ਜਨਮ ਧੰਨ ਹੈ ਵੀ ਇੱਥੇ ਤੱਕ ਤੂੰ ਜੁੜਿਆ ਰਿਹਾ ਨਿਰੰਕਾਰ ਦੇ ਨਾਲ। ਕੋਈ ਨਹੀਂ, ਇਹ ਵੀ ਕੋਈ ਗੱਲ ਨਹੀਂ, ਉਹ ਸਫਲ ਹੀ ਹੈ। ਇਹ ਨਹੀਂ ਵੀ ਹੁਣ ਉਹ ਬੇਫਲ ਜਾਊਗਾ। ਜਿਹੜੀ ਬਾਣੀ ਪਹਿਲਾਂ ਪੜ੍ਹੀ ਹੈ ਨਾ ਉਹ ਨੇਫਲ ਨਹੀਂ ਜਾਂਦੀ, ਉਹਦਾ ਫਲ ਤੇਰੇ ਕੋਲ ਹੈਗਾ ਹੀ ਹੈ। ਜਨਮ ਮਰਨ ਦੁੱਖ ਸਭ ਮਿਟ ਗਇਓ। ਜਨਮ ਮਰਨ ਦੇ ਦੁੱਖ ਸਾਰੇ ਮਿਟ ਗਏ ਨੇ ਤੇਰੇ। ਕਰਿਓ ਮਨੋਰਥ ਜੋ ਅਬ ਜੈਸੇ। ਜਿਹੜਾ ਮਨੋਰਥ ਹੁਣ ਤੂੰ ਕਰਿਆ ਸੋਲੀ ਜੋ ਨੈ ਬਿਲਮੋ ਜੈਸੇ। ਉਹ ਵੀ ਬਿਨਾਂ ਦੇਰੀ ਤੋਂ ਲੈ ਲੈ। ਕਹਿ ਕਰ ਸੋ ਕੋਰਾ ਮੰਗਵਾਇਓ। ਗੁਰੂ ਜੀ ਨੇ ਕਿਹਾ ਭਾਈ ਘੋੜਾ ਲਿਆਓ ਜਿਹੜਾ ਖੜਿਆ ਤਵੇਲੇ 'ਚ। ਸੁੰਦਰ ਜਿਸ ਪਰ ਜ਼ੀਨ ਸੁਆਇਓ। ਨਾਲ ਕਾਠੀ ਪਾ ਕੇ ਲਿਆਓ ਸ਼ਿੰਗਾਰ ਕੇ। 1.25 ਲੱਖ ਕੀ ਕੀਮਤ ਜਾਈ। ਇੱਕ 1.25 ਲੱਖ ਜੀ ਦੀ ਕੀਮਤ ਹੈ। ਹੋਏ ਪ੍ਰਸੰਨ ਬਖਸ਼ਤ ਪੇਤਾਈ। 1.25 ਲੱਖ ਦਾ ਘੋੜਾ, 1.25 ਲੱਖ ਦੀ ਕਾਠੀ ਗਹਿਣੇ ਪਾਏ ਗੁਰੂ ਜੀ ਨੇ ਬਖਸ਼ਿਆ। ਵਸਤਰ ਵਿਭੂਖਨ ਧਨ ਕੁਛ ਹੋਰ। ਫਿਰ ਵਸਤਰ ਗਹਿਣੇ ਮਾਇਆ। ਦੀਤ ਪਏ ਸੋਢੀ ਸਿਰ ਮੋਰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਗੋਪਾਲੇ ਨੂੰ ਬਖਸ਼ਦੇ ਨੇ। ਲਏ ਗੋਪਾਲੇ ਆਨੰਦ ਉਪਾਇਓ। ਬਹੁਤ ਖੁਸ਼ ਹੋਇਆ ਭਾਈ ਗੋਪਾਲਾ, ਲੈ ਕੇ ਆਨੰਦਿਤ ਹੋ ਗਿਆ। ਸ੍ਰੀ ਗੁਰ ਤੇ ਸੁਨ ਕਰ ਪਛਤਾਇਓ। ਪਰ ਜਦੋਂ ਸਤਿਗੁਰਾਂ ਜੀ ਨੇ ਦੱਸਿਆ ਵੀ ਗੋਪਾਲਿਆ ਤੂੰ ਤਾਂ ਇੱਥੇ ਰੁਕ ਗਿਆ ਸੀ, ਤਾਂ ਹੋਰ ਕੁਝ ਦੇਣ ਲੱਗੇ ਸੀ, ਫਿਰ ਪਛਤਾਵਾ ਹੋਇਆ। ਇੰਨੀ ਵੱਡੀ ਵਡਿਆਈ ਬਖਸ਼ਦੇ ਆ ਸਤਿਗੁਰੂ ਜੀ ਆਪਣੀ ਬਾਣੀ ਪੜ੍ਹਨ ਵਾਲਿਆਂ ਨੂੰ। ਬਹੁਤ ਪਛਤਾਇਆ। ਇੰਨੀ ਵੱਡੀ ਵਡਿਆਈ। ਕੋਈ ਸ਼ੁੱਧ ਬਾਣੀ ਪੜ੍ਹੇ ਗੁਰੂ ਜੀ ਤਾਂ ਗੁਰਿਆਈ ਦੇਣ ਨੂੰ ਤਿਆਰ ਨੇ। ਦੁਨਿਆਵੀ ਪਦਾਰਥ ਤਾਂ ਸਹਿਜ ਸੁਭਾਵਿਕ ਆ ਜਾਂਦੇ ਨੇ, ਆਪ ਹੀ ਆ ਜਾਂਦੇ ਨੇ। ਫੇਰ ਪਛਤਾਵਾ ਵੀ ਹੋਇਆ। ਮਾਤਰਾ ਵਰਣ ਸੰਭਾਰੇ ਸਾਰੇ। ਸਾਰੀ ਬਾਣੀ ਅੱਖਰ ਸਹੀ ਤੇ ਮਾਤਰਾ ਦੇ ਸਮੇਤ। ਸ੍ਰੀ ਗੁਰਬਾਣੀ ਸਿੱਖੇ ਉਚਾਰੇ। ਜਦੋਂ ਸਿੱਖ ਕੋਈ ਪੜ੍ਹਦਾ ਧਿਆਨ ਦੇ ਨਾਲ ਮਹਾ ਮਹਾਤਮ ਕਰ ਦਿਖਰਾਇਓ। ਗੁਰੂ ਜੀ ਨੇ ਮਹਾਤਮ ਦੱਸਿਆ, ਕਹਿੰਦੇ ਭਾਈ ਕੱਲੀ ਜਪਜੀ ਸਾਹਿਬ ਦੀ ਬਾਣੀ ਹੈ ਇਹ, ਉਹਦਾ ਇੰਨਾ ਮਹਾਤਮ ਹੈ। ਨੈ ਤਿਰਲੋਕ ਮੈਂ ਸਮ ਕੁਛ ਪਾਇਓ। ਇੰਨਾ ਲੋਕਾਂ ਦਾ ਸਭ ਕੁਝ ਮਿਲ ਜਾਂਦਾ ਹੈ। ਇਮ ਸਤਿਗੁਰ ਬੋ ਕਰੇ ਬਿਲਾਸਾ। ਗੁਰੂ ਪਾਤਸ਼ਾਹ ਜੀ ਆਨੰਦਮਈ ਕੌਤਕ ਕਰਦੇ ਹਨ। ਕਨੇ ਸੁਪਟ ਰਾਖੇ ਨਿਜ ਪਾਸਾ। ਗੁਰੂ ਜੀ ਨੇ ਫੌਜ ਦੀ ਭਰਤੀ ਆਰੰਭ ਕਰ ਦਿੱਤੀ ਹੈ। ਤੁਰੰਗ ਬਿਕਨ ਆਵੇ ਸੋ ਲੇਤ। ਜਿਹੜੇ ਵੀ ਘੋੜੇ ਵਿਕਣੇ ਆਉਂਦੇ ਨੇ ਗੁਰੂ ਜੀ ਖਰੀਦਦੇ ਹਨ। ਸੈਨਾ ਮੈਂ ਵਰਤਾਏ ਸੋ ਦੇਤ। ਤੇ ਆਪਣੇ ਜਿਹੜੇ ਸਿੱਖਾਂ ਨੂੰ ਘੋੜਿਆਂ ਦੀ ਲੋੜ ਹੈ ਉਹਨਾਂ ਨੂੰ ਸਤਿਗੁਰੂ ਜੀ ਸ਼ਸਤਰ ਵਸਤਰ ਘੋੜੇ ਬਖਸ਼ਦੇ ਨੇ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅੰਗ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ,
हे संगी है निरंकार, हे निर्गुण सब, हे गोविंद हे गुण निधान, जाके सदा हे अपरंपर हर हरे, हाय पी होवन हे संत कै सदा संग निधाराया। हे ठाकुर हाँ दासरो, मैं निर्गुण गुण नहीं, नानक दीजै नाम दान राखों हिय। आए प्रभ शरणागति कृपा निध, एक अखर हर मन बस्त, नानक होतन। वाहिगुरु नाम जहाज है चढ़े सो तरे, जो शरदा कर सेवंदे गुर पार उतारण। वाहिगुरु नाम जहाज है चढ़े सो तरे, जो शरदा कर सेवंदे गुर पार उतारण। वाहिगुरु जी का खालसा, वाहिगुरु जी की फतेह।